ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਨ ਹਾਰ ਦਇਆਲਾ, ਨਾਨਕ ਘਰ ਕੇ ਗੁਲੇ। ਤੂੰ ਸੁਲਤਾਨ ਕਹਾ ਹਉ ਮੀਆਂ, ਤੇਰੀ ਕਵਨ ਬੜਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸਤ ਮਹਿ ਰਹੋ ਰਜਾਈ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾਂ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨਿਕੋ ਠਾਕੁਰ ਦੇਸਾ। ਹਾਂਜੀ। ਸੋਹੀ ਮਹਿਲਾ ਪੰਜਵਾ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿਦ ਮਾਹੀ ਨਿਵਾਸਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਆਪ ਹਾਜ਼ਰੀਆਂ ਭਰ ਰਹੇ ਹੋ। ਸੱਚੇ ਪਾਤਸ਼ਾਹ ਹਜ਼ੂਰ ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬਹੁਰਾ ਨੰਗ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਗੁਰੂ ਸਾਹਿਬਾਨਾਂ ਜੀ ਦੀ ਜੋਤ, ਜਿਨ੍ਹਾਂ ਦੀ ਅਗਮੀ ਬਾਣੀ ਸਾਡਾ ਪਾਰ ਉਤਾਰਾ ਕਰਨ ਵਾਲੀ ਹੈ, ਜਿਸ ਬਾਣੀ ਸਦਕੇ ਅਸੀਂ ਦੁੱਖਾਂ ਦੇ ਭਵ ਸਾਗਰਾਂ ਵਿੱਚੋਂ ਵੀ ਤਰ ਸਕਦੇ ਹਾਂ, ਜਿਸ ਬਾਣੀ ਦੀ ਬਰਕਤ ਸਦਕਾ ਸਾਡਾ ਮਨ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਲੀਨ ਹੋ ਸਕਦਾ ਹੈ। ਮਨ ਦਾ ਜਿਹੜਾ ਚੇਤਨ ਭਾਗ ਹੈ, ਉਹ ਦੁਨੀਆ ਦੇ ਸਾਰੇ ਆਲ ਜੰਜਾਲਾਂ ਨੂੰ ਤਿਆਗ ਕੇ ਗੁਰੂ ਦੇ ਸ਼ਬਦ ਵਿੱਚ ਕਿਵੇਂ ਟਿਕਾਉਣਾ ਹੈ, ਅੱਜ ਦੇ ਸ਼ਬਦਾਂ ਦੇ ਵਿੱਚ ਇਹ ਸਾਰੀ ਸਤਿਗੁਰੂ ਜੀ ਸਾਡੇ 'ਤੇ ਕਿਰਪਾ ਕਰਕੇ ਵਿਦਵਤਾ ਦੱਸ ਰਹੇ ਨੇ, ਕਿਰਪਾ ਕਰ ਰਹੇ ਨੇ। ਔਰ ਜਿਹੜਾ ਆਨੰਦ ਪਾਰ ਬ੍ਰਹਮ ਪਰਮੇਸ਼ਵਰ ਦਾ ਭਗਤ ਮਾਣਦਾ ਹੈ, ਆਮ ਬੰਦਾ ਕਹਿੰਦਾ ਮੇਰੇ ਕੋਲ ਪਰਿਵਾਰਕ ਸੁੱਖ ਨੇ, ਸੋਹਣੀ ਰਿਹਾਇਸ਼ਾਂ ਨੇ, ਮਖਮਲੀ ਬਿਸਤਰੇ ਨੇ, ਖਾਣਾ ਪੀਣਾ ਵੀ ਮੇਰੇ ਕੋਲ 36 ਪ੍ਰਕਾਰ ਦੇ ਭੋਜਨ, ਹਰ ਤਰ੍ਹਾਂ ਦੀ ਮੇਰੇ ਕੋਲ ਸੁੱਖ ਸਹੂਲਤ ਹੈ ਅਤੇ ਮੈਂ ਆਨੰਦਿਤ ਹਾਂ। ਪਰ ਕੋਟ ਸੂਖ ਆਨੰਦ ਰਾਜ ਪਾਏ, ਮੁਖ ਤੇ ਨਿਮਖ ਬੁਲਾਈ। ਇਹ ਸਾਰੇ ਸੁੱਖ ਖਿੰਨਦੇ ਵੀ ਨਹੀਂ ਹੈਗੇ ਜਿਹੜੇ ਦੁਨਿਆਵੀ ਨੇ,
ਤੇ ਜਿਹੜਾ ਸੁਖ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੈ ਨਾ, ਕਰੋੜਾਂ ਸੁੱਖਾਂ ਤੇ ਕਰੋੜਾਂ ਰਾਜਾਂ ਦੇ ਬਰਾਬਰ ਹੈ। ਸੋ ਅੱਜ 442 ਅੰਗ ਤੇ 742 ਅੰਗ ਤੇ ਸੂਹੀ ਰਾਗ ਦੇ ਵਿੱਚ ਦਰਜ ਜਿਹੜੀ ਇਹ ਲੜੀ ਚੱਲ ਰਹੀ ਹੈ 742 ਅੰਗ ਦੀ, ਅਸੀਂ ਬੈਕੁੰਠ ਨਗਰ ਜਹਾਂ ਸੰਤ ਵਾਸਾ, ਬੈਕੁੰਠ ਕਹਿੰਦੇ ਆ ਸਵਰਗ ਨੂੰ, ਤੇ ਸਵਰਗ ਤੋਂ ਵੀ ਜੇ ਉੱਤਮ ਥਾਂ ਕੋਈ ਹੈ ਤੇ ਉਹ ਸਮਝ ਲਓ ਬੈਕੁੰਠ ਹੈ, ਬੈਕੁੰਠ ਨਗਰ ਹੈ। ਸਤਿਗੁਰ ਜੀ ਕਿਰਪਾ ਕਰਨ, ਆਪ ਬਖਸ਼ੋ ਅਸੀਸ। ਇਹ ਵਿਚਾਰਾਂ ਆਰੰਭ ਕਰੀਏ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਐਸੀ ਅਵਸਥਾ ਬਾਰ-ਬਾਰ ਬਿਆਨ ਕੀਤੀ ਗਈ ਹੈ, ਜਿਸ ਅਵਸਥਾ ਨੂੰ ਬੇਗਮਪੁਰਾ ਸ਼ਹਿਰ ਕੋ ਨਾਉ, ਬੇਗਮਪੁਰਾ ਵੀ ਆਖਿਆ। ਦੁਖ ਅੰਧੋ ਨਾਹੀ ਤਹਿ ਠਾਉ, ਨਾ ਤਜਵੀਜ਼ ਖਿਰਾਜ਼ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੈਂ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਪਾਈ। ਜਾਂ ਬਾਣੀ ਵਿੱਚ ਇਹ ਬਚਨ ਕਿ ਇਹ ਹੋਹਾ ਹਲੇਮੀ ਰਾਜ ਜੀਓ, ਇਹ ਅਵਸਥਾ ਬਾਹਰ ਦੀ ਵੀ ਤੇ ਇਹ ਅੰਦਰ ਦੀ ਵੀ ਹੈ। ਜੇ ਅੰਦਰ ਬੈਕੁੰਠ ਨਗਰ ਪ੍ਰਗਟ ਹੋਏਗਾ ਤੇ ਤਾਈਓਂ ਪ੍ਰਗਟ ਬਾਹਰ ਹੋ ਸਕਦਾ ਹੈ। ਜੇ ਅੰਦਰ ਕਲੇਸ਼ ਹੈ ਤੇ ਬਾਹਰੋਂ ਸ਼ਾਂਤੀ ਕਿਵੇਂ ਹੋ ਸਕਦੀ ਹੈ? ਜੇ ਅੰਦਰ ਬਖੀਲੀ ਹੈ, ਅੰਦਰ ਦੁੱਖ ਨੇ, ਅੰਦਰ ਦੂਜਿਆਂ ਦੇ ਬੁਰਾ ਮਨਾਉਣ ਦੀ, ਦੂਜਿਆਂ ਦੀ ਗਲਤੀਆਂ ਨੂੰ ਬਾਰ-ਬਾਰ ਦੱਸਣ ਦੀ ਇਹ ਵਾਲੀ ਬਿਰਤੀ ਚੱਲ ਰਹੀ ਹੈ ਤੇ ਬਾਹਰੋਂ ਸੁੱਖ ਕਿਵੇਂ ਆਏਗਾ? ਅੰਦਰ ਜਦ ਇੱਕ ਸ਼ਾਂਤ, ਇੱਕ ਸਹਿਜ ਤੇ ਇੱਕ ਰਹੱਸ ਪੈਦਾ ਹੋਏਗਾ ਨਾ ਗੁਰੂ ਦੇ ਸ਼ਬਦ ਵਿੱਚੋਂ, ਜਿਹਨੂੰ ਬਾਣੀ ਕਹਿੰਦੀ ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਦੁੱਖ ਫਿਰ ਤਾਂ ਦੂਰ ਹੋਣਗੇ। ਹੁਣ ਇਹ ਸ਼ਬਦ ਹੈ ਜੀ, ਤੁਸੀਂ ਇਹ ਸ਼ਬਦ ਕੱਢੋ। ਪਿੱਛੇ ਮੈਂ ਬੇਨਤੀ ਕਰਾਂਗਾ, ਬੈਕੁੰਠ ਨਗਰ ਜਹਾਂ ਸੰਤ ਵਾਸਾ। ਇਹ ਸ਼ਬਦ ਦੀ ਆਰੰਭਤਾ ਹੈ ਸੂਹੀ ਮਹੱਲਾ ਪੰਜਵਾਂ। ਬੈਕੁੰਠ ਨਗਰ ਉਹ ਹੈ ਜਿੱਥੇ ਸੰਤ ਜਨਾਂ ਦਾ ਵਾਸਾ ਹੁੰਦਾ ਹੈ। ਇਹ ਸੰਗਤ ਵੀ ਬੈਕੁੰਠ ਨਗਰ, ਸਾਧ ਸੰਗਤ ਅਸਥਾਨ, ਜਗਮਗ ਨੂਰ ਹੈ। ਤੁਸੀਂ ਸੰਤ ਜਨ ਇੱਥੇ ਬੈਠੇ ਹੋ। ਪਰ ਇੱਕ ਐਸੀ ਅਵਸਥਾ ਹੈ ਜਿਸ ਅਵਸਥਾ ਦੇ ਵਿੱਚ ਅਸੀਂ ਆਏ ਹਾਂ, ਆ ਕੇ ਚਲੇ ਜਾਵਾਂਗੇ। ਪਰ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਐਸੀ ਅਵਸਥਾ ਦੇ ਦਾਂਗਾ, ਇੱਥੇ ਵੀ ਬੈਠ ਕੇ ਬੈਕੁੰਠ ਹੈ ਤੇ ਉੱਥੇ ਵੀ ਬੈਠਿਆਂ ਬੈਕੁੰਠ ਹੈ। ਗੁਰੂ ਘਰ ਆਇਆਂ ਵੀ ਬੈਕੁੰਠ ਹੈ ਤੇ ਘਰ ਗਿਆਂ ਵੀ ਬੈਕੁੰਠ ਹੈ। ਕਾਰੋਬਾਰਾਂ ਵਿੱਚ ਬੈਠਿਆਂ ਵੀ ਬੈਕੁੰਠ ਹੈ, ਬਾਜ਼ਾਰਾਂ ਵਿੱਚ ਤੁਰਿਆਂ ਫਿਰਿਆਂ ਵੀ ਬੈਕੁੰਠ ਹੈ। ਇੱਥੋਂ ਤੱਕ ਕਾਰੋਬਾਰਾਂ ਪਰਿਵਾਰਾਂ ਦੀ ਸਾਂਝ ਦੇ ਵਿੱਚ ਕੋਈ ਨਿੰਦਾ ਵੀ ਕਰਨ ਵਾਲਾ ਹੋਏ, ਕੋਈ ਬਖੀਲੀ ਵੀ ਕਰਨ ਵਾਲਾ ਹੋਏ, ਤੇ ਸਾਡੇ ਆਲੇ ਦੁਆਲੇ ਖਾਸ ਕਰਕੇ ਜਿੱਥੇ ਅਸੀਂ ਕੰਮ ਕਾਜ ਕਰਦੇ ਹਾਂ, ਕੋਈ ਜੌਬ ਕਰਦਾ ਹੈ, ਕੋਈ ਬਿਜ਼ਨਸ ਕਰਦਾ ਹੈ, ਕੋਈ ਕਾਰਪੋਰੇਟ ਹੈ, ਕੋਈ ਐਂਟਰਪ੍ਰੈਨਿਓਰ ਹੈ, ਕੋਈ ਕਿਸੇ ਤਰ੍ਹਾਂ ਦੀ ਨੌਕਰੀ ਕਰਦਾ ਹੈ, ਤੇ ਆਲੇ ਦੁਆਲੇ ਜਿੱਥੇ ਬਹਿੰਦੇ ਹਾਂ ਤੇ ਸਾਡੇ ਨਾਲ ਦੇ ਜਿਹੜੇ ਕੁਲੀਗਸ ਹੁੰਦੇ ਕਈ ਵਾਰੀ ਉਹੀ ਸਾਡਾ ਬੁਰਾ ਮਨਾਉਂਦੇ ਰਹਿੰਦੇ ਆ, ਤੇ ਸਾਨੂੰ ਬੜਾ ਦੁੱਖ ਹੁੰਦਾ ਬਈ ਇਹ ਕਿਵੇਂ ਕਰੀਏ। ਅਸੀਂ ਘੁਰਦੇ ਝੁਰਦੇ ਰਹਿੰਦੇ ਹਾਂ, ਕਚੀਚੀਆਂ ਵੜਦੇ ਰਹਿੰਦੇ ਹਾਂ, ਲੜ ਵੀ ਪੈਂਦੇ ਹਾਂ। ਪਰ ਨਹੀਂ, ਮਹਾਰਾਜ ਕਹਿੰਦੇ ਅੰਦਰ ਬੈਕੁੰਠ ਵਰਤ ਜਾਏਗਾ ਨਾ, ਉਹਨਾਂ ਦੀ ਗੱਲਾਂ ਦੀ ਪਰਵਾਹ ਹੀ ਨਹੀਂ ਰਹੇਗੀ। ਸਮਾਜ ਕੀ ਗੱਲ ਕਰ ਰਿਹਾ ਮੇਰੇ ਲਈ, ਉਹ ਮੇਰੇ ਵਾਸਤੇ ਕੀ ਗੱਲਾਂ ਕਰ ਰਹੇ ਨੇ, ਇਸ ਤੋਂ ਇਹ ਅਵਸਥਾ ਉਥਾਂ ਕਰ ਦੇਗੀ। ਨਾ ਆਪਣੀ ਉਸਤਤ ਸੁਣਨ ਦੀ ਭੁੱਖ ਰਹੇਗੀ ਤੇ ਨਾ ਆਪਣੀ ਨਿੰਦਾ ਚਲਦੀ, ਨਿੰਦਾ ਚਿੰਦਾ ਚਲਦੀ ਦੀ ਅੰਦਰ ਚਿੰਤਾ ਰਹੇਗੀ ਕਿ ਉਹ ਕੀ ਕਹਿੰਦੇ ਆ। ਇਹਨੂੰ ਹੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਸਤਤ ਨਿੰਦਾ ਦਊ ਤਿਆਗੈ, ਖੋਜੈ ਪਦ ਨਿਰਬਾਨਾ। ਇਹਨੂੰ ਹੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਹਿ ਉਸਤਤ ਨਹਿ ਨਿੰਦਾ ਜਾਕੈ, ਲੋਭ ਮੋਹ ਅਭਮਾਨਾ, ਹਰਕ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਭਮਾਨਾ। ਮਾਣ ਉਸ ਦਿਨ ਪੈਦਾ ਹੁੰਦਾ ਹੈ ਜਿਸ ਦਿਨ ਅਸੀਂ ਚਾਰ ਗੱਲਾਂ ਆਪਣੀ ਉਸਤਤ ਦੀਆਂ ਸੁਣ ਲੈਂਦੇ ਹਾਂ। ਫਿਰ ਉਸ ਮਾਨ ਵਿੱਚੋਂ ਸਾਨੂੰ ਸਾਰੇ ਨੀਵੇਂ ਦਿਸਦੇ ਆ ਕਿ ਅਸੀਂ ਚੰਗੇ ਹਾਂ, ਬਾਕੀ ਸਾਰੇ ਨੀਵੇਂ, ਬਾਕੀ ਸਾਰੇ ਸਾਡੇ ਤੋਂ ਵਿਦਵਾਨ ਨਹੀਂ ਹੈਗੇ, ਸਾਡੇ ਜਿੰਨੇ ਸਿਆਣੇ ਨਹੀਂ ਹੈ। ਉਹ ਸਾਡੇ ਅੰਦਰ ਅਭਿਮਾਨ ਪੈਦਾ ਕਰਦਾ ਹੈ। ਆਓ ਇਹ ਅਵਸਥਾ ਸਤਿਗੁਰੂ ਜੀ ਤੋਂ ਮੰਗੀਏ, ਮੈਂ ਵੀ ਮੰਗਾਂ ਸਮੇਤ ਮੇਰੇ। ਇਹ ਨਹੀਂ ਕਿ ਮੈਂ ਆਪ ਜੀ ਨੂੰ ਉਪਦੇਸ਼ ਦੇ ਰਿਹਾ, ਇਹ ਅਵਸਥਾ ਸਾਰਿਆਂ ਲਈ ਲਾਜ਼ਮੀ ਹੈ। ਬੈਕੁੰਠ ਨਗਰ, ਨਗਰ ਸ਼ਹਿਰ ਨੂੰ ਕਿਹਾ, ਦੇਖੋ ਤੁਸੀਂ ਇੱਥੇ ਕਿੰਨੇ ਸਾਰੇ ਨਗਰ ਵਸਦੇ ਨੇ। ਸੁਭਾਸ਼ ਨਗਰ ਤੁਹਾਡੇ ਨਾਲ ਹੀ ਹੈ। ਇਸ ਤਰ੍ਹਾਂ ਨਗਰ
ਜਿੱਥੇ ਸ਼ਹਿਰ ਦੇ ਵਿਚਕਾਰ ਬਣਾਇਆ ਹੋਇਆ ਇੱਕ ਸਮਾਜ ਦਾ ਇਕੱਤਰ ਹੁੰਦਾ ਹੈ, ਉਹਨੂੰ ਨਗਰ ਕਹਿੰਦੇ ਆ। ਪਰ ਇਹ ਨਗਰ ਐਸਾ ਹੈ ਜਿੱਥੇ ਹਰ ਕੋਈ ਨਹੀਂ ਜਾ ਸਕਦਾ, ਹਰ ਕੋਈ ਨਹੀਂ ਅੱਪੜ ਸਕਦਾ, ਕਿਉਂਕਿ ਇੱਥੇ ਸੁਰਤ ਨੂੰ ਟਿਕਾਉਣ ਵਾਲਾ ਹੀ ਸੁਰਤੀ ਤੌਰ 'ਤੇ ਪਹੁੰਚ ਸਕਦਾ ਹੈ। ਇਹ ਬਾਹਰ ਦੀ ਅਵਸਥਾ ਨਹੀਂ ਹੈ, ਇਹ ਗੱਡੀ ਡਰਾਈਵ ਕਰਕੇ ਨਹੀਂ ਜਾਇਆ ਜਾ ਸਕਦਾ, ਇਹ ਤੇ ਸੁਰਤ ਨੂੰ ਲੈ ਕੇ ਜਾਇਆ ਜਾ ਸਕਦਾ। ਸੋ ਇਹਨੂੰ ਮਹਾਰਾਜ ਜੀ ਕਹਿੰਦੇ ਬੈਕੁੰਠ ਨਗਰ ਜਹਾਂ ਸੰਤ ਵਾਸਾ, ਸੰਤ ਜਨਾਂ ਦੀ ਸੁਰਤ ਬੈਕੁੰਠ ਨਗਰ 'ਚ ਵਸਦੀ ਹੈ। ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ, ਉਹਨਾਂ ਦੀ ਜਿਹੜੀ ਸੁਰਤ ਹੁੰਦੀ ਹੈ ਪ੍ਰਭੂ ਦੇ ਚਰਨਾਂ ਦੇ ਵਿੱਚ, ਉਹਨਾਂ ਦਾ ਜਿਹੜਾ ਰਿਦ ਨੂੰ ਹਿਰਦਾ ਕਿਹਾ, ਹਿਰਦੇ ਨੂੰ ਮਨ ਕਿਹਾ, ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਹੀ ਟਿਕਿਆ ਰਹਿੰਦਾ ਹੈ। ਦੁਨੀਆ ਕੀ ਕਹਿ ਰਹੀ ਹੈ? ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਕ ਸੁਆਮੀ। ਉਹ ਕਹਿੰਦੇ ਸਾਡਾ ਪੱਖ ਤੇ ਵਾਹਿਗੁਰੂ ਵਾਲਾ ਹੈ, ਅਸੀਂ ਕਿਸੇ ਦੀ ਨਹੀਂ ਸੁਣਨੀ। ਤੂੰ ਮੇਰੇ ਪੱਖ ਦੀ ਗੱਲ ਕਰਦਾ ਹੈ ਜਾਂ ਉਹ ਮੇਰੀ ਬੇਪੱਖ ਦੀ ਗੱਲ ਕਰਦਾ, ਮੈਨੂੰ ਪਰਵਾਹ ਹੀ ਨਹੀਂ। ਸੰਤਨ ਅਬਰ ਨਾ ਕਾਹੂ ਮਾਨੀ, ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਕ ਸੁਆਮੀ। ਮੇਰਾ ਪੱਖ ਵਾਹਿਗੁਰੂ ਵੱਲ ਹੈ, ਵਾਹਿਗੁਰੂ ਮੇਰੇ ਵੱਲ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ, ਮੈਂ ਸਭ ਕੁਛ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਤੂੰ ਸਭ ਕੁਛ ਮੈਨੂੰ ਸੌਂਪਿਆ ਦਾ ਮਤਲਬ ਇਹ ਅਵਸਥਾ ਮੈਨੂੰ ਦੇਤੀ, ਮੈਂ ਤੇਰਾ ਬੰਦਾ ਬਣ ਗਿਆ। ਇਸ ਕਰਕੇ ਮੈਂ ਬੰਦੇ ਦਾ ਬੰਦਾ ਨਹੀਂ ਹਾਂ, ਮੈਂ ਤੇਰਾ ਬੰਦਾ ਹਾਂ। ਸੰਤ ਜਨਾਂ ਦੇ ਵਿੱਚ ਇਹ ਅਵਸਥਾ ਹੁੰਦੀ ਹੈ। ਪ੍ਰਭੂ ਚਰਨ, ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ, ਪ੍ਰਭੂ ਦਾ ਸ਼ਬਦ, ਪ੍ਰਭੂ ਦਾ ਪ੍ਰੇਮ ਉਹਨਾਂ ਦੇ ਹਿਰਦੇ 'ਚ ਨਿਵਾਸ ਕਰਦਾ ਹੈ ਜੀ। ਸੁਣ ਮਨ ਤਨ ਤੁਝ ਸੁਖ ਦਿਖਲਾਵੋ, ਹਰ ਅਨਕ ਬਿੰਜਨ ਤੁਝ ਭੋਗ ਪਹੁੰਚਾਵੋ ਰਹਾਓ। ਆ ਮੇਰੇ ਮਨ, ਆ ਮੇਰੇ ਤਨ, ਤੈਨੂੰ ਇੱਕ ਐਸਾ ਸੁਖ ਦਿਖਲਾਵਾਂ ਜਿਹੜਾ ਸੁਖ ਆ ਕੇ ਕਦੀ ਜਾਏਗਾ ਹੀ ਨਹੀਂ। ਆ ਵਿਨਾਸ਼ ਹੋਣ ਵਾਲਾ, ਵਿਨਾਸ਼ ਦਾ ਮਤਲਬ ਖਤਮ ਹੋਣ ਵਾਲਾ, ਅਵਿਨਾਸ਼ ਜਿਹਨੂੰ ਕੋਈ ਖਤਮ ਨਹੀਂ ਕਰ ਸਕਦਾ। ਅਵਿਨਾਸ਼ੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਉਸ ਵਾਹਿਗੁਰੂ ਦਾ ਸਿਮਰਨ ਕਰ ਜੇ ਤੈਨੂੰ ਸਦਾ ਵਸਤੇ ਖੇੜਾ ਚਾਹੀਦਾ। ਸੁਣ ਮਨ ਤਨ ਤੁਝ ਸੁਖ ਦਿਖਲਾਵਾਂ, ਆ ਮੇਰੇ ਮਨ, ਆ ਮੇਰੇ ਤਨ, ਤੈਨੂੰ ਸੁਖ ਦਿਖਲਾਵਾਂ। ਨਹੀਂ ਨਹੀਂ ਨਹੀਂ, ਆਓ ਅਸੀਂ ਕਿਤੇ ਬਹੁਤ 5 ਸਟਾਰ ਰੈਸਟੋਰੈਂਟ 'ਚ ਰੋਟੀ ਖਾ ਕੇ ਆਈਏ, ਮਨ ਪ੍ਰਸੰਨ ਹੋ ਜਾਏਗਾ। ਆਓ ਕਿਤੇ ਘੁੰਮ ਕੇ ਆਈਏ, ਮਨ ਬੜਾ ਖੁਸ਼ ਹੋ ਜਾਏਗਾ। ਆਓ ਠੀਕ ਹੈ, ਸੰਸਾਰ ਦੇ ਵਿੱਚ ਇਹ ਵੀ ਜ਼ਰੂਰੀ ਹੈ। ਭੋਜਨ ਖਾ ਲਓਗੇ, ਖਾ ਕੇ ਘਰ ਆਓਗੇ ਆਫਰੇ ਹੋਏ, ਫਿਰ ਸੌਂ ਜਾਓਗੇ। ਉਹ ਆਨੰਦ ਕਿੱਥੇ ਗਵਾਚ ਗਿਆ, ਪਿੱਛੇ ਹੀ ਛੱਡ ਆਏ। ਭੀ ਖਾਣੇ ਸਿਓ ਦੋਸਤੀ ਖਾਦਾ ਹੋਆ ਸਵਾ, ਤੇ ਕੁਛ ਇਹੋ ਜਿਹਾ ਖਾ ਲਿਆ ਜਿਹੜਾ ਤਨ ਨੂੰ ਨਹੀਂ ਫਿੱਟ ਬੈਠਾ। ਫਿਰ ਜਿਹੜੀ ਖੁਸ਼ੀ ਸੀ ਉਹ ਸੁੱਖ ਸੀ, ਉਹ ਦੁੱਖ 'ਚ ਪ੍ਰਵਿਰਤ ਹੋ ਗਿਆ। ਘੰਟੇ ਵਾਸਤੇ ਖਾਣ ਗਏ ਤੇ ਕਈ ਘੰਟੇ ਜੀਵਨ ਦੇ ਸਾਡੇ ਰੋਗ ਦੇ ਵਿੱਚ ਬਤੀਤ ਹੋਏ। ਇੱਕ ਦਿਨ ਖਾਣ ਗਏ ਤੇ ਕਈ ਦਿਨ ਅਸੀਂ ਰੋਗੀ ਰਹਿ ਗਏ। ਸੰਸਾਰ ਦੇ ਵਿੱਚ ਤਨ ਦੇ ਸੁੱਖ ਤੇ ਦੁੱਖ ਸਦਾ ਨਹੀਂ ਰਹਿ ਸਕਦੇ। ਜੇ ਸੁੱਖ ਆਏ ਨੇ ਤੇ ਉਹ ਦੁੱਖ ਵਿੱਚ ਪ੍ਰਵਿਰਤ ਹੋਣਗੇ। ਆ ਮੈਂ ਤੈਨੂੰ ਐਸਾ ਸੁੱਖ ਦੇਵਾਂ, ਸੁਣ ਮਨ ਤਨ ਤੁਝ ਸੁੱਖ ਦਿਖਲਾਵੋਂ, ਹਰ ਅਨਕ ਬਿੰਜਨ ਤੁਝ ਭੋਗ ਪਹੁੰਚਾਵੋਂ। ਬਾਹਰ ਦੇ ਭੋਜਨ ਖਾਣ ਦੇ ਵਿੱਚ ਤੈਨੂੰ ਰਸ ਮਿਲਦਾ, ਸੁੱਖ ਮਿਲਦਾ, ਪਰ ਮੈਂ ਤੈਨੂੰ ਇੱਕ ਐਸਾ ਸੁੱਖ ਦੇਵਾਂ, ਕਰੋੜਾਂ ਹੀ ਭੋਜਨਾਂ ਦੇ ਸੁੱਖ ਜਿੰਨਾ ਤੈਨੂੰ ਸੁੱਖ ਮਿਲੇਗਾ। ਸਭ ਰਸ ਮਿੱਠਾ ਮੰਨਿਆ, ਪ੍ਰਭੂ ਦੇ ਭਾਣੇ ਨੂੰ ਮਨ, ਸਾਰਾ ਮਿੱਠਾ ਤੈਨੂੰ ਮਿਲੇਗਾ। ਸੁਣਿਆ ਸਾ ਲੂਣਾ, ਜੇ ਸਲੂਣਾ ਸਬਜ਼ੀ ਨਮਕੀਨ ਖਾਣ ਦਾ ਮਨ ਹੈ, ਗੁਰੂ ਦਾ ਸ਼ਬਦ ਸੁਣ ਲੈ। ਖੱਟ ਤੁਰਸੀ ਮੁਖ ਬੋਲਣਾ, ਜੇ ਖੱਟਾ ਖਾਣ ਦਾ ਮਨ ਹੈ ਤੇ ਗੁਰੂ ਦਾ ਸ਼ਬਦ ਬੋਲਿਆ ਕਰ, ਮੂੰਹ ਤੋਂ ਗਾਵਿਆ ਕਰ। ਖੱਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ। ਜੇ ਅਨਕ ਬਿੰਜਨ ਖਾਣ ਦਾ ਮਨ ਹੈ ਨਾ 36 ਪ੍ਰਕਾਰ ਦਾ, ਫਿਰ ਬਾਜਾ ਲੈ ਕੇ ਗੁਰੂ ਦਾ ਸ਼ਬਦ ਕੀਰਤਨ ਕਰ, ਉਹਦਾ ਕੀਰਤਨ ਕਰ, ਉਹਦਾ ਸਿਫਤ ਸਲਾਦ ਵਾਲੇ ਗੀਤ ਸੁਣ। ਮਾਰਨ ਨਾਦ ਕੀਏ, ਅਨਹਦ ਬਾਣੀ ਸੁਣ। ਇਹ ਵਾਲਾ ਰਸ ਤੈਨੂੰ ਅੰਦਰੋਂ ਮਿਲੇਗਾ। ਬਾਹਰੋਂ ਖਾ ਖਾ ਕੇ ਦੰਦ ਵੀ ਘਿਸ ਜਾਣਗੇ, ਅੰਦਰ ਦੀ ਪ੍ਰੀਤ, ਜਿਹੜਾ ਸਰੀਰ ਦੀ ਤਾਕਤ, ਉਹ ਵੀ ਖਤਮ ਹੋ ਜਾਏਗੀ। ਉਹਨਾਂ ਤਾਕਤਾਂ ਨੂੰ ਖਤਮ ਹੋਣ ਤੋਂ ਪਹਿਲਾਂ ਬੇਅੰਤ ਜਿਹੜਾ ਅਨੰਤ ਸੁੱਖ ਦੇਣ ਵਾਲਾ ਨਾਮ ਹੈ, ਉਹਨੂੰ ਆਪਣੇ ਅੰਦਰ ਮਾਣ। ਇਹ ਸੁੱਖ ਅੰਦਰ ਦਾ, ਜਿਹਨੂੰ ਕਿਹਾ ਤੈਨੂੰ ਇਹ ਸੁੱਖ ਦਿਖਲਾਵਾਂ, ਹਰ ਅਨਕ ਬਿੰਜਨ ਤੁਝ ਭੋਗ ਪਹੁੰਚਾਵੋਂ। ਕਿਹੜਾ ਸ਼ਬਦ ਦਾ ਭੋਜਨ ਹੈ? ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ।
ਤੈਨੂੰ ਕੀਰਤਨ ਦਾ ਭੋਜਨ ਦੇਵਾਂ, ਦੇਖ ਤੂੰ ਸਦਾ ਹੀ ਸੁਖ ਵਿੱਚ ਤੇਰਾ ਤਨ ਤੇ ਮਨ ਰਹੇਗਾ ਜੀ। ਰਹਾਓ। ਅੰਮ੍ਰਿਤ ਨਾਮ ਪੁੰਚ ਮਨ ਮਾਹੀ, ਅਚਰਜ ਸਾਧ ਤਾਂ ਕੇ ਬਰਨੇ ਨਾ ਜਾਹੀ। ਅੰਦਰ ਤੂੰ ਨਾਮ ਨੂੰ ਪੁੰਚਣਾ, ਇਕੱਠਾ ਕਰਨਾ ਸ਼ੁਰੂ ਕਰ। ਪੁੰਚ ਦਾ ਮਤਲਬ ਹੁੰਦਾ ਜਪਣਾ, ਇਕੱਠਾ ਕਰਨਾ। ਆਪਣੇ ਹਿਰਦੇ ਦੇ ਅੰਦਰ ਉਸ ਵਾਹਿਗੁਰੂ ਦੇ ਨਾਮ ਨੂੰ ਧਿਆ, ਜਿਹੜਾ ਬਹੁਤ ਰਸ ਰੂਪ ਹੈ। ਅੰਮ੍ਰਿਤ ਨਾਮ ਪੁੰਚ ਮਨ ਮਾਹੀ, ਮਨ ਦੇ ਅੰਦਰ ਉਸ ਸੋਹਣੇ ਪ੍ਰਭੂ ਨੂੰ ਧਿਆ। ਅਚਰਜ ਸਾਧ ਤਾਕੇ ਬਰਨੇ ਨਾ ਜਾਹੀ, ਐਸਾ ਸਵਾਦ ਆਏਗਾ। ਇਹ ਰਸ ਆਵਾ, ਉਹ ਰਸ ਨਹੀਂ ਭਾਵਾ। ਉਹ ਰਸ ਫਿੱਕੇ ਲੱਗਣਗੇ। ਉਹ ਸੱਚੀ ਮੁੱਚੀ ਰਾਮ ਰਸ ਪੀਆ ਰੇ, ਜਿਹੇ ਰਸ ਬਿਸਰ ਗਏ ਰਸ। ਔਰ ਦੁਨੀਆ ਦੇ ਸਾਰੇ ਰਸ ਫਿੱਕੇ ਜਾਪਣਗੇ ਜਦ ਨਾਮ ਅੰਮ੍ਰਿਤ ਦਾ ਰਸ ਤੇਰੇ ਅੰਦਰ ਵਰਤੇਗਾ ਜੀ। ਲੋਭ ਮੁਆ ਤ੍ਰਿਸ਼ਨਾ ਬੁਝ ਥਾਕੀ, ਪਾਰ ਬ੍ਰਹਮ ਕੀ ਸ਼ਰਨ ਜਨ ਤਾਕੀ। ਸੰਤ ਦੀ ਅਵਸਥਾ ਇਹ ਹੈ ਬੈਕੁੰਠ ਨਗਰ ਵਾਲੀ। ਕਿਉਂ ਕੋਈ ਬਾਹਰੀ ਸ਼ਹਿਰ ਦੇ ਮਥਾਜੀਏ 'ਚ ਨਹੀਂ ਕਿ ਇੱਥੇ ਬੈਠੇ ਹਾਂ ਤੇ ਕਿੱਥੇ ਹੋਰ ਚਲੇ ਜਾਈਏ ਸੁਖੀ ਹੋ ਜਾਵਾਂਗੇ। ਪਹਿਲੇ ਮਹਾਰਾਜ ਕਹਿੰਦੇ ਅੰਦਰੋਂ ਸੁਖੀ ਹੋਵੋ, ਅੰਦਰੋਂ ਸੁਖ ਪੁੰਚੋ। ਜੇ ਇੱਥੇ ਲੋਭੀ ਹਾਂ ਤੇ ਉੱਥੇ ਵੀ ਲੋਭੀ ਰਵਾਂਗੇ। ਉਹ ਸਿਆਣੇ ਕਹਿੰਦੇ ਨਾ, ਜੋ ਬੰਦਾ ਲਾਹੌਰ 'ਚ ਉਹੀ ਪਿਸ਼ੌਰ 'ਚ, ਜਿੱਧਰ ਮਰਜ਼ੀ ਚਲਾ ਜਾਏ। ਅੰਦਰੋਂ ਲੋਭੀ ਹੈ, ਅੰਦਰੋਂ ਕਾਮੀ ਹੈ, ਅੰਦਰੋਂ ਕ੍ਰੋਧੀ ਹੈ। ਬਾਹਰ ਦੀਆਂ ਥਾਵਾਂ ਦੇ ਨਾਲ ਉਹਦਾ ਮਨ ਨਹੀਂ ਬਦਲੇਗਾ। ਪਰ ਜੇ ਅੰਦਰ ਬੈਕੁੰਠ ਨਗਰ ਦੀ ਅਵਸਥਾ ਪ੍ਰਾਪਤ ਹੋ ਗਈ ਨਾ, ਤੇ ਉਸ ਅਵਸਥਾ ਦੇ ਵਿੱਚ ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ, ਲਾਲਚ ਖਤਮ ਹੋ ਜਾਏਗਾ। ਜੀਵਨ ਦਾ ਸਾਰਾ ਸਬਰ ਆ ਜਾਏਗਾ, ਸੰਤੋਖ ਆ ਜਾਏਗਾ, ਸਹਿਜ ਆ ਜਾਏਗਾ ਜੀਵਨ 'ਚ। ਮੈਂ ਫਿਰ ਬੇਨਤੀ ਕਰਾਂ, ਜਿਸ ਜੀਵਨ ਵਿੱਚ ਸਹਿਜ ਹੈ ਨਾ, ਉਸ ਜੀਵਨ ਵਿੱਚ ਸੰਤੋਖ ਪੈਦਾ ਹੋਏਗਾ। ਜਿਸ ਜੀਵਨ ਵਿੱਚ ਚੰਚਲਤਾ ਹੈ, ਉਸ ਜੀਵਨ ਵਿੱਚੋਂ ਕਦੀ ਵੀ ਸਹਿਜ ਜਾਂ ਸੰਤੋਖ ਨਹੀਂ, ਉਸ ਜੀਵਨ ਵਿੱਚੋਂ ਲੋਭ ਹੀ ਪੈਦਾ ਹੋਏਗਾ। ਜਿਹੜਾ ਬੰਦਾ ਤੁਹਾਨੂੰ ਚੰਚਲ ਦਿਸਦਾ ਹੈ ਨਾ, ਉਸ ਤੋਂ ਕਦੀ ਸੰਤੋਖ ਦੀ ਆਸ ਨਹੀਂ ਕੀਤੀ ਜਾ ਸਕਦੀ, ਉਹ ਲੋਭ ਦੀ ਆਸ ਕਰੇਗਾ। ਹਾਂ, ਜਿਹੜਾ ਬੰਦਾ ਤੁਹਾਨੂੰ ਸਹਿਜ ਦਿਸਦਾ ਉਹ ਲੋਭੀ ਨਹੀਂ ਹੋਏਗਾ, ਉਹ ਸੰਤੋਖੀ ਹੋਏਗਾ। ਇਹ ਜੀਵਨ ਦੇ ਚੱਜ ਆਚਾਰ ਬਾਣੀ ਦੱਸਦੀ ਹੈ ਕਿ ਨਿਸ਼ਾਨੀਆਂ ਨੇ ਜੀਵਨ ਦੀਆਂ। ਬੰਦੇ ਦਾ ਸਰੀਰ ਹੀ ਦੱਸ ਦਿੰਦਾ ਹੈ, ਬੰਦੇ ਦਾ ਦੇਖਣਾ, ਉੱਠਣਾ, ਬਹਿਣਾ, ਖਾਣਾ ਪੀਣਾ, ਚੱਜ ਆਚਾਰ ਹੀ ਦੱਸ ਦਿੰਦਾ ਇਹਦੇ ਅੰਦਰ ਕੀ ਚੱਲ ਰਿਹਾ। ਕਿੰਨਾ ਲੁਕੋਲੇਗਾ ਉਸ ਸੰਸਾਰ ਤੋਂ? ਬਹੁਤਾ ਨਹੀਂ ਲੁਕੋ ਸਕਦਾ। ਜੋ ਸੱਚ ਹੋਏਗਾ ਉਹ ਪ੍ਰਗਟ ਹੋ ਜਾਏਗਾ। ਸੱਚ ਪੁਰਾਣਾ ਹੋਵੇ ਨਾ ਹੀ ਸੀਤਾ, ਕਦੇ ਨਾ ਪਾਟੇ। ਇਹ ਨਹੀਂ ਵੱਖਰਾ ਹੋ ਸਕਦਾ। ਇਹਨੂੰ ਮਹਾਰਾਜ ਜੀ ਕਹਿੰਦੇ ਲੋਭ ਮੂਆ। ਐਸੀ ਅਵਸਥਾ 'ਚ ਲੋਭ ਲਾਲਚ ਆਪ ਹੀ ਖਤਮ ਹੋ ਜਾਏਗਾ। ਤ੍ਰਿਸ਼ਨਾ ਬੁਝ ਥਾਕੀ, ਤ੍ਰਿਸ਼ਨਾ ਦੀ ਅੱਗ ਜਿਹੜੀ ਅੰਦਰ ਬਲਦੀ ਸੀ ਉਹ ਥੱਕ ਗਈ, ਬੁਝ ਗਈ। ਪਾਰ ਬ੍ਰਹਮ ਕੀ ਸ਼ਰਨ ਜਨ ਤਾਕੀ, ਉਸ ਜਨ ਨੇ, ਉਸ ਸੰਤ ਜਨ ਨੇ ਪ੍ਰਭੂ ਦੀ ਸ਼ਰਨ ਨੂੰ ਹੀ ਆਪਣੇ ਅਨੰਤ ਸੁੱਖਾਂ ਦਾ ਘਰ ਮੰਨਿਆ ਹੈ ਜੀ। ਜਨਮ ਜਨਮ ਕੇ ਭੈ ਮੋਹ ਨਿਵਾਰੇ, ਨਾਨਕ ਦਾਸ ਪ੍ਰਭ ਕਿਰਪਾ ਧਾਰੇ। ਨਿਰਭਉ ਜਪੈ ਸਗਲ ਭਉ ਮਿਟੈ। ਉਸ ਅਵਸਥਾ ਤੇ ਪਹੁੰਚ ਕੇ ਜਨਮ ਜਨਮ ਕੇ ਭੈ ਮੋਹ ਨਿਵਾਰੇ। ਜਨਮਾਂ ਜਨਮਾਂਤਰਾਂ ਦੇ ਡਰ ਤੇ ਦੁਨੀਆ ਦੇ ਸਾਰੇ ਝੂਠੇ ਮੋਹ ਕਿ ਉਹਨੇ ਮੈਨੂੰ ਕੀ ਕਿਹਾ, ਉਹ ਮੈਨੂੰ ਪਿਆਰ ਕਰਦਾ ਨਹੀਂ ਕਰਦਾ। ਠੀਕ ਹੈ, ਸਾਡੀ ਸਾਰਿਆਂ ਦੀ ਐਕਸਪੈਕਟੇਸ਼ਨਸ ਹੁੰਦੀਆਂ ਨੇ ਹਰ ਇੱਕ ਦੇ ਨਾਲ। ਵੀ ਆਰ ਦ ਸੋਸ਼ਲ ਐਨੀਮਲ, ਜਿਹਨੂੰ ਸਾਇੰਸ ਵੀ ਕਹਿੰਦੀ ਹੈ ਕਿ ਹਿਊਮਨ ਬੀਇੰਗ ਜਿਹੜਾ ਹੈ ਨਾ, ਉਹਨੂੰ ਭੁੱਖ ਹੁੰਦੀ ਹੈ ਦੂਸਰਿਆਂ ਦੀ, ਉਹਨੂੰ ਸਾਂਝ ਹੁੰਦੀ ਹੈ ਦੂਸਰਿਆਂ ਦੀ। ਪਰ ਬਹੁਤ ਫਰਕ ਹੈ ਕਿ ਇੱਕ ਭਗਤ ਤੇ ਸੰਤ ਜਨ ਦਾ ਤੇ ਇੱਕ ਆਮ ਬੰਦੇ ਦਾ। ਆਮ ਬੰਦਾ ਜੇ ਦੁਨੀਆ ਤੋਂ ਐਕਸਪੈਕਟੇਸ਼ਨ ਰੱਖਦਾ ਹੈ ਤੇ ਉਹ ਦੁਖੀ ਹੁੰਦਾ ਹੈ। ਤੇ ਸੰਤ ਜਨ ਜਿਹੜਾ, ਉਹਨੂੰ ਪਤਾ ਹੈ ਕਿ ਮੈਂ ਇੰਨਾ ਕੁ ਹੀ ਬਸ ਆਸ ਰੱਖਣੀ ਹੈ, ਕਿਉਂਕਿ ਜੇ ਇਸ ਤੋਂ ਵੱਧ ਮੈਂ ਆਸ ਰੱਖਾਂਗਾ ਤੇ ਮੇਰੀ ਆਸ ਟੁੱਟੇਗੀ, ਅਗਲੇ ਬੰਦੇ ਨੂੰ ਫਰਕ ਨਹੀਂ ਪਏਗਾ, ਮੈਂ ਹੀ ਦੁਖੀ ਹੋਵਾਂਗਾ। ਫਿਰ ਇਸ ਕਰਕੇ ਆਸਾ ਦੇ ਵਿੱਚ ਨਿਰਾਸ਼ ਹੋਣਾ ਇਹ ਗੁਰਮਤਿ ਸਿਖਾਉਂਦੀ ਹੈ ਕਿ ਜਿਹਦੇ ਅੰਦਰ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਆਸਾ ਮਨਸਾ ਸਗਲ ਤਿਆਗੈ, ਇਸੀ ਸ਼ਬਦ ਵਿੱਚ ਹੈ। ਜਗ ਤੇ ਰਹਿ ਨਿਰਾਸ਼ਾ, ਨਿਰਾਸ਼ ਹੋ ਜਾਂਦਾ ਹੈ। ਉਹ ਸੁੱਖਾਂ ਦੇ ਵਿੱਚ ਵੀ ਅਨੰਤਮਈ ਬੈਠਾ,
ਉਹ ਦੁੱਖਾਂ ਵਿੱਚ ਵੀ ਅਨੰਤਮਈ ਬੈਠਾ ਹੈ। ਕੌਣ ਹਿਲਾਏਗਾ ਉਹਦੇ ਅੰਦਰ ਦੀ ਅਵਸਥਾ ਨੂੰ? ਇਹ ਹੈ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹੀ। ਦੂਸਰਿਆਂ ਦੇ ਮਿਲਾਪ ਦੀ ਕਾਮਨਾਵਾਂ ਵੀ ਖਤਮ ਹੋ ਗਈਆਂ। ਕ੍ਰੋਧ ਅੰਦਰ, ਜੇ ਅਗਲਾ ਮੇਰੇ ਨਾਲ ਇਉਂ ਕੀਤਾ ਮੈਂ ਉਸ 'ਤੇ ਕ੍ਰੋਧਿਤ ਹੋਵਾਂਗਾ ਵੀ ਮੇਰੀ ਐਕਸਪੈਕਟੇਸ਼ਨ ਸੀ, ਤੂੰ ਐਵੇਂ ਕਿਉਂ ਕੀਤਾ। ਠੀਕ ਹੈ, ਦੁਨੀਆ ਦੇ ਫਰਜ਼ ਨਿਭਾਉਂਦਿਆਂ ਹੋਇਆਂ ਇੱਕ ਹੱਦ ਤੱਕ ਜ਼ਰੂਰੀ ਹੈ। ਦੁਨੀਆ ਤੋਂ ਅਸੀਂ ਨਿਰਲੇਪ ਨਹੀਂ ਹੋ ਜਾਣਾ ਪੂਰੀ ਤਰੀਕੇ ਨਾਲ। ਗ੍ਰਸਤ ਵਿੱਚ ਰਹਿੰਦੇ ਹਾਂ ਅਸੀਂ, ਪਰ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਨਿਰਾਸ਼ ਵੀ ਕਿਵੇਂ ਹੋਣਾ? ਇਹ ਨਾ ਹੋਏ ਉਹਨੇ ਉਹ ਨਹੀਂ ਕੀਤਾ ਜੋ ਅਸੀਂ ਚਾਹੁੰਦੇ ਸੀ ਤੇ ਮੁੜ ਕੇ 2 ਸਾਲ ਅਸੀਂ ਆਪਣੇ ਅੰਦਰ ਸਾੜਦੇ ਰਹੇ, ਮੁੜ ਕੇ ਅੱਧਾ ਜੀਵਨ ਅਸੀਂ ਆਪਣੇ ਆਪ ਨੂੰ ਕੋਸਦੇ ਰਹੇ, ਕਿਉਂ ਕੀਤਾ ਅਸੀਂ, ਕਿਉਂ ਕੀਤਾ। ਨਹੀਂ, ਉਸ ਅਵਸਥਾ ਵਿੱਚ ਨਿਰਾਸ਼ ਕਿਵੇਂ ਹੋਣਾ ਹੈ? ਗੁਰੂ ਦਾ ਭਾਣਾ ਮੰਨ ਕੇ, ਸਬਰ ਮੰਨ ਕੇ। ਇਹਨੂੰ ਮਹਾਰਾਜ ਕਹਿੰਦੇ ਬੇਕੁੰਠ ਨਗਰ ਦੀ ਅਵਸਥਾ ਹੈ। ਇਸ ਅਵਸਥਾ ਦੇ ਵਿੱਚ ਜਨਮ ਜਨਮ ਕੇ ਭੋ ਕੇ ਭੈ ਮੋਹ ਨਿਵਾਰੇ, ਡਰ ਤੇ ਮੋਹ ਖਤਮ ਹੋਣਗੇ। ਨਾਨਕ ਦਾਸ ਪ੍ਰਭ ਕਿਰਪਾ ਧਾਰੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦਾ ਇਹ ਬਚਨ ਹੈ, ਬਖਸ਼ਿਸ਼ਾਂ ਜੋ ਤੇ ਗੁਰੂ ਨਾਨਕ ਸਾਹਿਬ ਦੀ ਹੈ, ਕਿ ਅਰਦਾਸ ਸਾਡੇ ਲਈ ਕਰਦੇ ਆ ਕਿ ਪ੍ਰਭੂ ਸਾਡੇ ਤੇ ਜੇ ਕਿਰਪਾਲੂ ਹੋਏ ਤੇ ਇਹ ਅਵਸਥਾ ਸਾਡੇ ਵਿੱਚ ਵੀ ਵਰਤੇ ਜੀ। ਸੋਹੀ ਮਹਿਲਾ ਪੰਜਵਾ। ਅਨਕ ਬੀਂਗ ਦਾਸ ਕੇ ਪਰ ਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ। ਬੀਂਗ ਜਿਹੜਾ ਵਿੰਗ ਤੜਿੰਗੇ, ਜਿਹਨੂੰ ਅਸੀਂ ਪੰਜਾਬੀ 'ਚ, ਕਿ ਇਹਦੇ ਲੱਛਣ ਜਿਹੜੇ ਨੇ ਨਾ ਵਿੰਗ ਤੜਿੰਗੇ ਜੇ ਨੇ, ਇਹਦੇ ਲੱਛਣ ਠੀਕ ਨਹੀਂ ਬੰਦੇ ਦੇ, ਜਿਹੜੇ ਕਹਿੰਦੇ ਹਾਂ ਅਸੀਂ, ਜਿਹੜੇ ਅਸੀਂ ਕਹਿੰਦੇ ਹਾਂ ਕਿ ਇਸ ਬੰਦੇ ਦੀਆਂ ਜਿਹੜੀਆਂ ਵਿਕਾਰੀ ਬਿਰਤੀਆਂ ਨੇ, ਜਿਹਨੂੰ ਸਮਾਜ ਦੇ ਵਿੱਚ ਕਮਜ਼ੋਰੀਆਂ ਵੀ ਆਖਦੇ ਹਾਂ, ਸਮਾਜ ਦੀਆਂ ਬਦਫੈਲੀਆਂ ਵੀ ਆਖਦੇ ਹਾਂ, ਕਿ ਇਹਦੇ ਅੰਦਰ ਇਹ ਦੋਸ਼ ਹੈ। ਕਾਮ ਵੀ ਇੱਕ ਦੋਸ਼ ਹੈ ਸਮਾਜ ਦੇ ਵਿੱਚ, ਜੇ ਉਹ ਇੱਕ ਹੱਦ ਤੱਕ ਨਾ ਹੋਏ। ਕ੍ਰੋਧ ਵੀ ਇੱਕ ਦੋਸ਼ ਬਣ ਜਾਂਦਾ, ਰਿਸ਼ਤਿਆਂ ਨੂੰ ਤੋੜ ਕੇ ਰੱਖ ਦਿੰਦਾ ਜੇ ਉਹ ਬੰਦਿਸ਼ਾਂ ਨੂੰ ਤੋੜ ਕੇ ਬਾਹਰ ਆ ਜਾਏ। ਲੋਭ ਉਨਾ ਕੁ ਜ਼ਰੂਰੀ ਹੈ ਜਿੰਨੀ ਕਿ ਸਾਡੀ ਗ੍ਰਸਤ ਤੇ ਢਿੱਡ ਦੀ ਪੂਰਤੀ ਹੁੰਦੀ ਰਹੇ। ਜੇ ਲੋਭ ਵੀ ਆਪਣੇ ਬੰਨ ਤੋੜ ਕੇ ਬਾਹਰ ਚਲਾ ਗਿਆ ਤੇ ਬੰਦਾ ਸੰਸਾਰ ਦੇ ਵਿੱਚ ਬੇਇੱਜ਼ਤ ਹੋ ਜਾਂਦਾ ਹੈ। ਲੋਭੀ ਕਰਕੇ ਬੰਦਾ ਕਹਿੰਦਾ ਇੰਨਾ ਲਾਲਚੀ, ਇੰਨੀ ਭੁੱਖ ਤੇ ਮੋਹ ਤੇ ਅਹੰਕਾਰ, ਰਹਿ ਰੱਬ ਦਾ ਨਾਂ। ਕਈ ਵਾਰੀ ਮੋਹ ਵਿੱਚ ਬੰਦਾ ਇੰਨਾ ਹੀ ਪਕੜਿਆ ਜਕੜਿਆ ਜਾਂਦਾ, ਉਹਨੂੰ ਇਹ ਨਹੀਂ ਪਤਾ ਲੱਗਦਾ ਇਹ ਮੋਹ ਮੇਰੇ ਲਈ ਚੰਗਾ ਹੈ ਜਾਂ ਮੇਰੇ ਲਈ ਮੰਦਾ ਹੈ, ਇਹ ਮੇਰਾ ਫਾਇਦਾ ਕਰੇਗਾ ਜਾਂ ਮੇਰਾ ਨੁਕਸਾਨ ਕਰੇਗਾ। ਅਹੰਕਾਰ ਤੇ ਤਬਾਹ ਕਰ ਦਿੰਦਾ ਵੱਡਿਆਂ ਵੱਡਿਆਂ ਨੂੰ। ਹਰਨਾਕਸ਼ ਨੂੰ ਤਬਾਹ ਕਰਨ ਵਾਲਾ ਅਹੰਕਾਰ ਹੀ ਹੈ। ਇੱਕੋ ਹੀ ਦੋਸ਼ ਸੀ ਉਹਦੇ ਅੰਦਰ, ਅਹੰਕਾਰ, ਕਿ ਜਲੇ ਹਰਨਾਕਸ਼ ਥਲੇ ਹਰਨਾਕਸ਼, ਉਹੀ ਉਹਨੂੰ ਮਰਵਾ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਅਨਕ ਬੀਂਗ ਕਹਿੰਦੇ ਵੱਲ ਛਲ ਜਿਹੜੇ ਮੇਰੇ ਅੰਦਰ ਸਨ, ਜਿਹਨੂੰ ਅਸੀਂ ਕਹਿੰਦੇ ਆ ਕਿ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ, ਹਮ ਪੀਛੇ ਲਾਗ ਚਲੀ। ਉਸ ਅਵਸਥਾ ਦੇ ਵਿੱਚ ਕਿ ਪ੍ਰੇ ਕੇ ਬਚਨ ਸੁਖਾਨੇ ਹੀ ਅਰੇ, ਇਹ ਚਾਲ ਬਣੀ ਹੈ ਭਲੀ, ਲਟੁਰੀ ਮਧੁਰੀ ਠਾਕੁਰ ਭਾਈ। ਮੇਰੇ ਅੰਦਰ ਜਿੰਨੇ ਵੱਲ ਛਲੇਵੇਂ ਸਨ, ਲਟੁਰੀ ਮਧੁਰੀ, ਭਾਵੇਂ ਮੇਰੇ ਅੰਦਰ ਲਟੁਰੀ ਕਹਿੰਦੇ ਆ ਕਿ ਟੇਢੀ ਮੇਢੀ, ਮਧੁਰੀ ਕਹਿੰਦੇ ਆ ਗਿੱਠੀ, ਭਾਵ ਕਿ ਵਿਕਾਰਾਂ ਵਿੱਚ ਦੱਬੀ ਹੋਈ ਮੈਂ। ਕਿਉਂਕਿ ਇੱਕ ਆਮ ਸਮਾਜ ਦੇ ਵਿੱਚ ਜਿਹੜਾ ਸਰੀਰ ਵੀ ਟੇਢਾ ਮੇਢਾ ਹੋਏ ਨਾ, ਜੇ ਗਿੱਠਾ ਹੋਏ ਤੇ ਉਹਨੂੰ ਸਾਰੇ ਕਬੂਲ ਨਹੀਂ ਕਰਦੇ। ਤੇ ਸਾਨੂੰ ਇਹ ਲੱਗਦਾ ਜੀ ਅਸੀਂ ਤੇ ਬੜੇ ਸੋਹਣੇ ਆ। ਮਹਾਰਾਜ ਕਹਿੰਦੇ ਮੈਂ ਤੁਹਾਡਾ ਮਨ ਵੇਖਦਾ, ਤੁਹਾਡਾ ਮਨ ਵੀ ਬੋਨਾ ਹੈ ਵਿਕਾਰਾਂ ਵਿੱਚ, ਤੇ ਤੁਹਾਡਾ ਜਿਹੜਾ ਅੰਦਰ ਦਾ ਮਨ ਉਹ ਵੱਲ ਛਲੇਵਿਆਂ ਵਿੱਚ ਟੇਢਾ ਮੇਢਾ ਹੈ। ਕਿਉਂ ਟੇਢਾ ਮੇਢਾ? ਇਸ ਲਈ ਕਿਹਾ ਸਰੀਰ ਮਨੁੱਖੀ ਹੈ ਪਰ ਵਿਕਾਰ ਟੇਢੀਆਂ ਜੂਨਾਂ ਵਾਲੇ ਨੇ। ਕਿਹੜੀਆਂ ਟੇਢੀਆਂ ਜੂਨਾਂ ਵਾਲੇ ਨੇ? ਕਹਿੰਦੇ ਇਹਨਾਂ 5 ਪ੍ਰਾਣੀਆਂ ਦਾ ਜ਼ਿਕਰ ਕੀਤਾ, 5 ਵਿਕਾਰਾਂ ਨੂੰ ਬਿਆਨ ਕਰਨ ਵਾਸਤੇ 5 ਜੀਵ ਜਨਤਾਂ ਦਾ ਜ਼ਿਕਰ ਕੀਤਾ। ਕਹਿੰਦੇ ਹਾਥੀ ਦੇ ਅੰਦਰ ਕਾਮ ਦਾ ਇੱਕ ਉਹ ਹੈ ਵਾਸ਼ਨਾ, ਪਤੰਗੇ ਦੇ ਅੰਦਰ ਸਪਰਸ਼ ਦੀ ਵਾਸ਼ਨਾ ਹੈ, ਮਿਰਗ ਦੇ ਅੰਦਰ ਨਾਦ ਦੀ ਵਾਸ਼ਨਾ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਭੌਰਾ ਹੈ ਉਹਦੇ ਅੰਦਰ ਜ਼ੁਬਾਨ ਦੀ ਵਾਸ਼ਨਾ ਹੈ। ਇਹ ਸਾਰੇ ਆਪਣੀਆਂ ਵਾਸ਼ਨਾਵਾਂ ਕਰਕੇ ਮਰ ਜਾਂਦੇ ਨੇ। ਤੇ ਬੰਦਾ ਜਿਹੜਾ ਉਹਦੇ ਅੰਦਰ 5 ਵਾਸ਼ਨਾਵਾਂ ਨੇ,
ਬੰਦੇ ਨੂੰ ਕੌਣ ਬਚਾਏਗਾ? ਇਹਨਾਂ ਬਾਹਰ ਦੇ ਵਿੱਚ ਮੀਨ, ਮਿਰਗ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਬਿਨਾਸ਼, ਪੰਚ ਰੋਗ ਅਸਾਧ ਜਾਮੈ, ਤਾਕੀ ਕੇਤਕ ਆਸ। ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਬਾਣੀ ਕਹਿੰਦੀ ਹੈ। ਮ੍ਰਿਗ ਹਿਰਨ ਹੈ, ਮੀਨ ਮੱਛਲੀ ਹੈ, ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਿਨਾਸ਼, ਪੰਚ ਰੋਗ ਅਸਾਧ ਜਾਮੈ, ਤਾਕੀ ਕੇਤਕ ਆਸ। ਅਸੀਂ ਇੰਨੇ ਕਾਮੀ, ਇੰਨੇ ਕ੍ਰੋਧੀ, ਕਿਵੇਂ ਗੁਰੂ ਸਾਨੂੰ ਕਬੂਲ ਕਰੇਗਾ? ਪਰ ਮਹਾਰਾਜ ਜੀ ਦੇ ਚਰਨਾਂ 'ਚ ਆਓ, ਗੁਰੂ ਐਡਾ ਵੱਡਾ ਬਖਸ਼ਿੰਦ ਹੈ। ਉਹ ਸਾਨੂੰ ਫਿਰ ਲਟਰੀ ਮਦਰੀ ਠਾਕੁਰ ਭਾਈ, ਉਹ ਸੁੰਦਰ ਹਰ ਢੁੱਲ ਮਿਲੀ। ਵੱਲ ਛਲੇਵਿਆਂ ਵਾਲਿਆਂ ਨੂੰ ਵੀ, ਵਿੰਗੇ ਟੇਡੇ ਵਾਲਿਆਂ ਨੂੰ ਵੀ, ਅੰਦਰ ਲੋਭ ਲਾਲਚਾਂ ਵਾਲਿਆਂ ਨੂੰ ਵੀ ਸਤਿਗੁਰੂ ਜੀ ਨੇ ਪਤਿਤ ਤੋਂ ਪਾਵਨ ਕਰਕੇ ਪ੍ਰਭੂ ਵਿੱਚ ਮਿਲਾ ਦੇਣਾ ਹੈ। ਅਨਕ ਬੀਂਗ ਦਾਸ ਕੇ ਪਰ ਹਰਿਆ, ਮੇਰੇ ਅਨੇਕ ਹੀ ਪਾਪ ਵਾਹਿਗੁਰੂ ਜੀ ਨੇ ਦੂਰ ਕਰ ਦਿੱਤੇ। ਕਰ ਕਿਰਪਾ ਪ੍ਰਭ ਆਪਣਾ ਕਰਿਆ, ਕਿਰਪਾ ਕਰਕੇ ਮੈਨੂੰ ਆਪਣਾ ਬਣਾਇਆ ਹੈ ਜੀ। तुम्हें छड़ाए लियो जन अपना, उर्ज परियो जाल जग सुपना रहाओ। ਤੁਸੀਂ ਮੈਨੂੰ ਬਚਾ ਲਿਆ, ਰਹਾਓ ਦੀ ਤੁਕ 'ਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਮਹਾਰਾਜ ਜੀ। ਨਹੀਂ ਤੇ ਸਾਡਾ ਵੀ ਇਹੀ ਮੋਹ ਦੇ ਜਾਲ ਵਿੱਚ, ਲੋਭ ਦੇ ਜਾਲ ਵਿੱਚ ਹਾਲ ਹੋਣਾ ਸੀ। ਕਿਉਂਕਿ ਜਾਲ ਵੀ ਤੁਹਾਡਾ ਹੈ ਤੇ ਮੂੰਹ ਵੀ ਤੁਹਾਡਾ ਦਿੱਤਾ ਹੋਇਆ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ, ਰੰਗ ਰਤਾ ਮੇਰਾ ਸਾਹਿਬ, ਰੱਬ ਰਿਹਾ ਭਰਪੂਰ। ਜਾਲ ਵੀ ਤੂੰ ਹੈ, ਮੱਛੀ ਵੀ ਤੂੰ ਹੈ, ਜਾਲ ਦੇ ਅੰਦਰ ਉਹ ਮਾਸ ਦਾ ਟੁਕੜਾ ਵੀ ਤੂੰ ਹੈ ਜਿਹਨੇ ਮੱਛੀ ਨੂੰ ਭਰਮਾਇਆ ਹੈ। ਭਾਵ ਇਹ ਸੰਸਾਰ ਰੂਪੀ ਜਾਲ ਵੀ ਤੂੰ ਹੈ, ਇਹ ਜਿੰਦ ਰੂਪੀ ਮੱਛੀ ਵੀ ਤੂੰ ਹੈ, ਤੇ ਸੰਸਾਰ ਦੇ ਜਿੰਨੇ ਲੋਭ ਮੋਹ ਚਿੰਬੜੇ ਆ ਉਹ ਵੀ ਤੂੰ ਹੈ। ਤੇ ਅਸੀਂ ਹੋਰ ਜਿੰਨੇ ਮਰਜ਼ੀ ਯਤਨ ਕਰੀਏ, ਇਹ ਜਾਲ ਤੋਂ, ਇਹ ਲੋਭ ਤੋਂ ਕੋਈ ਯਤਨ ਨਹੀਂ ਬਚਾ ਸਕਦਾ। ਇਹ ਵਾਹਿਗੁਰੂ ਹੀ ਬਚਾ ਸਕਦਾ, ਕਿਉਂਕਿ ਇਹ ਜਾਲ ਵਾਹਿਗੁਰੂ ਨੇ ਹੀ ਪਾਇਆ। ਤੂੰ ਹੀ ਬਚਾਇਆ ਸੱਚੇ ਪਾਤਸ਼ਾਹ। ਤੁਮਹਿ ਛਡਾਏ ਲਿਓ ਜਨ ਆਪਣਾ, ਤੁਸੀਂ ਆਪਣੇ ਜਨ ਨੂੰ ਛਡਾ ਲਿਆ। ਉਰਜ ਪਰਿਓ ਜਾਲ ਜਗ ਸੁਪਨਾ, ਇਹ ਸੁਪਨੇ ਦੀ ਤਰ੍ਹਾਂ ਜਾਲ, ਜਗ ਰੂਪੀ ਜਾਲ ਮੈਨੂੰ ਉਰਝਾਏ ਫਿਰਦਾ ਸੀ। ਮੈਂ ਇਹਦੇ ਵਿੱਚੋਂ ਕਦੀ ਬਾਹਰ ਹੀ ਨਹੀਂ ਆਇਆ। ਮੈਨੂੰ ਇਹ ਸੱਚਾ ਜਾਪਦਾ ਸੀ, ਪਰ ਇਹ ਸੱਚਾ ਨਹੀਂ ਹੈ। ਮਰਨ ਲਿਖਾਏ ਮੰਡਲ ਮਹਿ ਆਏ, ਮੈਂ ਆਪਣੀ ਮੌਤ ਨੂੰ ਭੁੱਲੀ ਬੈਠਾ ਸੀ, ਪਰ ਤੁਸੀਂ ਸਮੇਂ ਸਿਰ ਮੈਨੂੰ ਜਗਾ ਕੇ ਸੁਚੇਤ ਕੀਤਾ ਜੀ। ਪਰਬਤ ਦੋਖ ਮਹਾ ਬਿਕਰਾਲਾ, ਖਿਨ ਮੈਂ ਦੂਰ ਕੀਏ ਦਿਆਲਾ। ਸਤਿਗੁਰੂ ਜੀ, ਮੇਰੇ ਕੀਤੇ ਹੋਏ ਪਾਪ ਪਹਾੜਾਂ ਜਿੱਡੇ ਵੱਡੇ ਸਨ। ਪਰਬਤ ਦੁਖ ਮਹਾ ਬਿਕਰਾਲਾ, ਅੰਦਰ ਦੇ ਵਿਕਾਰ ਪਹਾੜਾਂ ਜਿੱਡੇ ਵੱਡੇ ਸਨ। ਖਿਨ ਮੈਂ ਦੂਰ ਕੀਏ ਦਿਆਲਾ, ਹੇ ਦਿਆਲ ਪ੍ਰਭੂ, ਤੁਸੀਂ ਇੱਕ ਖਿਨ ਵਿੱਚ ਦੂਰ ਕਰ ਦਿੱਤਾ ਜੀ। ਸੋਗ ਰੋਗ ਬਿਪਤ ਅਤ ਭਾਰੀ, ਦੂਰ ਪਈ ਜਪ ਨਾਮ ਮੁਰਾਰੀ। ਸੋਗ ਰੋਗ ਬਿਪਤ ਅਤ ਭਾਰੀ, ਮਨ ਦੇ ਅੰਦਰ ਦੁੱਖ, ਉਹਨਾਂ ਨੂੰ ਸੋਗ ਕਿਹਾ। ਤਨ ਦੇ ਅੰਦਰ ਦੇ ਜਿੰਨੇ ਵੀ ਦੁੱਖ, ਉਹਨਾਂ ਨੂੰ ਰੋਗ ਕਿਹਾ। ਤਨ ਤੇ ਮਨ ਦੋਨਾਂ ਦੇ ਰੋਗਾਂ ਨੂੰ ਤੁਸੀਂ ਦੂਰ ਕੀਤਾ, ਜਿਹੜਾ ਭਾਰੀ ਚਿੰਬੜਿਆ ਹੋਇਆ ਸੀ। ਦੂਰ ਭਈ ਜਪ ਨਾਮ ਮੁਰਾਰੀ, ਨਾਮ ਪ੍ਰਭੂ ਦਾ ਜਪਦਿਆਂ ਇਹ ਸਾਰੇ ਦੂਰ ਹੋਏ ਜੀ। ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਹਰ ਚਰਨ ਗਹੇ ਨਾਨਕ ਸ਼ਰਣਾਏ। ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਦ੍ਰਿਸ਼ਟੀ ਕਿਰਪਾ ਕਰਕੇ ਇੱਕ ਬਖਸ਼ਿਸ਼ ਹੀ ਹੈ ਨਾ। ਚਤਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ, ਕਟਾਖ ਕਹਿੰਦੇ ਦ੍ਰਿਸ਼ਟੀ, ਕਿਰਪਾ ਕਟਾਖ ਅਵਲੋਕਨ ਕੀਨੋ, दास का दुख विदारियो। जो मांगे ठाकुर अपने ते, सोई सोई देवै, नानक दास मुक्ते जो बोलै, इहाँ उहाँ सच होवै। दृष्ट धार लीनो लड़ लाए, हर चरण गहे नानक शरणाए। तुहाडे चरण गहे ਦਾ ਮਤਲਬ ਹੈ ਪਕੜ ਲਏ, ਤੁਹਾਡੀ ਸ਼ਰਨ ਵਿੱਚ ਆਏ ਹਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਕਿਰਪਾ ਨਾਲ ਜੀ। ਸੋਹੀ ਮਹੱਲਾ ਪੰਜਵਾ, दीन छड़ाए दुनी जो लाए, दोही सराय खुनामी कहाए। सतगुरु गुरु अर्जुन साहब महाराज जी का बड़ा कमाल का शब्द है कि दीन ते दुनी ये बंदे नूं दोनों कमाउणियां ने। साडे तो ते चंगे पशु ने भाई, साडे तो ते चंगे कुत्ते ने। बाणी कुत्तियां का जिक्र करदी है कि जिस तरह एक सुआन अपने मालक का दर नहीं छड्डदा ना,
ਕੁੱਤੇ ਨੂੰ 2-3 ਦਿਨ ਰੋਟੀ ਪਾ ਦਿਓ ਤੇ ਪੁੱਛ ਹਿਲਾ ਕੇ ਤੁਹਾਡੇ ਪਿੱਛੇ ਭੱਜੀ ਫਿਰੇਗਾ, ਜਿਵੇਂ ਤੁਹਾਡਾ ਹੀ ਹੋ ਗਿਆ ਮੈਂ। ਤੇ ਮਾਲਕ ਸਾਨੂੰ ਇੰਨਾ ਦਿੰਦਾ, ਸਭ ਕੁਝ ਦਿੰਦਾ, ਪਰ ਅਸੀਂ ਮਾਲਕ ਦੇ ਨਹੀਂ ਹੋਏ ਕਦੇ। ਉਸ ਵਾਹਿਗੁਰੂ ਨੇ ਸਭ ਕੁਝ ਸਾਨੂੰ ਦਿੱਤਾ, ਪਰ ਫਿਰ ਵੀ ਅਸੀਂ ਅਰਲ ਬਰਲ ਉਲਾਮੇ ਕਰਦੇ ਹਾਂ ਮਾਲਕ ਦੇ ਨਾਲ। ਅਸੀਂ ਫਿਰ ਮਾਲਕ ਜੀ ਦੇ ਪਾਰਬ੍ਰਹਮ ਪਰਮੇਸ਼ਵਰ ਦੇ ਗੁਣ ਗਾਣਾ ਤੇ ਦੂਰ, ਅਸੀਂ ਸਤਿਗੁਰ ਜੀ ਤੋਂ ਦੂਰ ਹੀ ਹੋਈ ਜਾਂਦੇ ਹਾਂ। ਇਲਜ਼ਾਮ ਹੀ ਲਾਈ ਜਾਂਦੇ ਹਾਂ ਪ੍ਰਭੂ ਤੇ ਕਿ ਸਾਡੇ ਨਾਲ ਇਉਂ ਕੀ ਕੀਤਾ, ਇਉਂ ਕਿਉਂ ਕੀਤਾ। ਨਹੀਂ, ਦੀਨ ਛਡਾਏ ਦੁਨੀ ਜੋ ਲਾਏ। ਦੀਨ ਹੈ ਧਰਮ, ਪਾਰਬ੍ਰਹਮ ਪਰਮੇਸ਼ਵਰ, ਸਪਿਰਿਚੁਅਲਿਟੀ, ਅੰਤਰ ਧਿਆਨ, ਜਿਹਨੂੰ ਬੇਕੁੰਠ ਨਗਰ ਕਿਹਾ ਹੈ, ਪਾਰਬ੍ਰਹਮ ਪਰਮੇਸ਼ਵਰ ਦਾ ਸ਼ੁਕਰਾਨਾ। ਪਰ ਇਹਦਾ ਇਹ ਮਤਲਬ ਨਹੀਂ ਅਸੀਂ ਅੱਧਾ ਘੰਟਾ ਬੈਠ ਕੇ ਉੱਚਾ ਉੱਚਾ ਕਿਸੇ ਮੰਤਰ ਦਾ ਉਚਾਰਨ ਕਰ ਲਿਆ ਤੇ ਅਸੀਂ ਦੀਨ ਦੇ ਹੋ ਗਏ। ਨਹੀਂ, ਦੀਨ ਦਾ ਮਤਲਬ ਹੈ ਤੁਹਾਡੇ ਅੰਦਰ ਰੱਬੀ ਗੁਣ ਪ੍ਰਗਟ ਹੋਣੇ ਚਾਹੀਦੇ। ਜਿਸ ਤਰ੍ਹਾਂ ਦਾ ਸਹਿਜ ਸੰਤੋਖ ਬਾਣੀ ਕਹਿੰਦੀ ਹੈ ਤੁਹਾਡੇ ਅੰਦਰ ਪ੍ਰਗਟ ਨਹੀਂ ਹੋਇਆ, ਹਜੇ ਦੀਨ ਕਬੂਲ ਨਹੀਂ ਕੀਤਾ ਤੁਸੀਂ। ਤੁਹਾਡੇ ਅੰਦਰ ਸਹਿਜ ਨਹੀਂ ਆਇਆ, ਨਿਵਣ ਸੋ ਅੱਖਰ ਖਵਣ ਗੁਣ। ਦੂਜਿਆਂ ਦੀ ਗੱਲਾਂ ਨੂੰ ਬਰਦਾਸ਼ਤ ਕਰਨ ਵਾਲਾ ਗੁਣ ਹੋਣਾ ਚਾਹੀਦਾ, ਸਬਰ ਹੋਣਾ ਚਾਹੀਦਾ, ਸੰਤੋਖ ਹੋਣਾ ਚਾਹੀਦਾ। ਇਹ ਦੀਨ ਦੀ ਨਿਸ਼ਾਨੀ ਹੈ। ਪਰ ਸਾਡਾ ਹਾਲ ਤੇ ਇਹ ਹੈ ਕਿ ਅਸੀਂ ਦੀਨ ਵੀ ਨਹੀਂ ਕਮਾਇਆ ਤੇ ਦੁਨੀਆ ਵੀ ਨਹੀਂ ਕਮਾਈ। ਦੁਨੀ ਜੋ ਲਾਇਆ, ਅਸੀਂ ਸੋਚਦੇ ਹਾਂ ਦੁਨੀ ਨਾਲ ਲਾ ਲਈਏ, ਦੁਨੀਆ ਵਾਲੇ ਹੋ ਜਾਈਏ। ਪਰ ਸੱਚ ਤੇ ਇਹ ਹੈ ਕਿ ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ। ਦੁਨੀਆ ਦਾ ਕੋਈ ਨਹੀਂ ਹੋ ਸਕਿਆ। ਜਿਹੜਾ ਵੀ ਦੁਨੀਆ ਦਾ ਹੋਣਾ ਚਾਹਿਆ, ਦੁਨੀਆ ਨੇ ਉਹਨੂੰ ਤਬਾਹ ਕਰਤਾ ਜਾਂ ਉਹ ਤਬਾਹ ਹੋ ਕੇ ਚਲਾ ਗਿਆ। ਕਿਉਂਕਿ ਦੁਨੀਆ ਕਦੀ ਨਹੀਂ ਕਿਸੇ ਦੀ ਹੋਈ। ਦੁਨੀਆ ਤੇ ਉਡੀਕਦੀ ਹੈ ਕਿ ਇਹ ਬੰਦਾ ਤਬਾਹ ਹੋਏ ਤੇ ਅਸੀਂ ਖੁਸ਼ੀ ਮਨਾਈਏ, ਇਹਨੂੰ ਕੁਝ ਹੋਏ ਤੇ ਅਸੀਂ। ਸੱਚ ਇਹ ਹੈ ਦੁਨੀਆ ਦਾ, ਔਰ ਇਸ ਸੱਚ ਨੂੰ ਅਸੀਂ ਕਬੂਲ ਕਰਕੇ ਰਾਜੀ ਨਹੀਂ। ਜੀ ਆਪਣੇ ਨੇ ਸਾਰੇ, ਨਹੀਂ ਜੀ, ਠੀਕ ਹੈ, ਪੰਜੋਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਪ੍ਰੇਮ ਕਰਨ ਵਾਲੇ ਵੀ ਬੜੇ ਨੇ, ਭਾਉ ਰੱਖਣ ਵਾਲੇ ਵੀ ਬਹੁਤ ਨੇ, ਕਿ ਜਿਨ੍ਹਾਂ ਦਸੰਦੜਿਆਂ ਦੁਰਮਤ ਵਈਆਂ ਮਿੱਤਰ ਅਸਾਡੜੇ, ਸਹੀ ਗੁਰਮੁਖ ਮਿੱਤਰ ਵੀ ਨੇ, ਭਲਾ ਚਾਹੁਣ ਵਾਲੇ। ਪਰ ਮਹਾਰਾਜ ਕਹਿੰਦੇ ਅਸੀਂ ਭਲੇ ਵਾਲੀ ਗੱਲ ਹੀ ਨਹੀਂ ਕਰ ਰਹੇ, ਅਸੀਂ ਤੇ ਆਮ ਸੰਸਾਰੀ ਮਨੁੱਖ ਦੀ ਗੱਲ ਕਰ ਰਹੇ ਹਾਂ, ਜਿਹਦੀ ਪ੍ਰੀਤ ਹੀ ਦੁਨੀਆ ਵਾਲੀ ਨਾਲ। ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਜਿੱਥੇ ਸੰਬੰਧ ਹੀ ਮਾਇਆ ਦਾ। ਇਹਨੂੰ ਹੀ ਕਹਿੰਦੇ ਦੀਨ ਗਵਾਇਆ ਦੁਨੀ ਸਿਉ। ਦੁਨੀਆ ਪਿੱਛੇ ਲੱਗ ਕੇ ਦੀਨ ਵੀ ਗਵਾ ਲਿਆ। ਦੁਨੀ ਨਾ ਕੀਤਾ ਕੰਮ, ਮਿਸਲ ਫਕੀਰਾਂ ਗਾਖੜੀ, ਸੋ ਪਾਈਐ ਪੂਰ ਕਰਮ। ਕਹਿੰਦੇ ਦੁਨੀਆ ਪਿੱਛੇ ਲੱਗ ਕੇ ਬਾਬਾ ਫਰੀਦ ਕਹਿੰਦੇ ਹੈ ਦੀਨ ਧਰਮ ਗਵਾ ਲਿਆ। ਦੁਨੀਆ ਕਿਸੇ ਕੰਮ ਨਹੀਂ ਆਈ। ਦੁਨੀਆ ਦਾ ਸਵਾਦ ਫਿੱਕਾ ਹੀ ਨਿਕਲਿਆ, ਧੋਖੇ ਹੀ ਨਿਕਲੇ, ਫਰੇਬ ਹੀ ਨਿਕਲੇ, ਲੋਭ ਲਾਲਚ ਵਸ ਗਰਜ਼ਾਂ ਹੀ ਨਿਕਲੀਆਂ। ਦੁਨੀ ਨਾ ਕੀਤਾ ਕੰਮ। ਜੇ ਪਤਾ ਹੁੰਦਾ ਦੀਨ ਇੰਨਾ ਸੁੱਖ ਦੇਣਾ ਸੀ, ਪਰ ਜਿਸ ਵੇਲੇ ਦੀਨ ਦੇ ਮਾਰਗ ਤੇ ਤੁਰਨ ਚਲਿਆ, ਮਿਸਲ ਫਕੀਰਾਂ ਗਾਖੜੀ। ਦੀਨ ਦਾ ਮਾਰਗ ਕੋਈ ਸੌਖਾ ਨਹੀਂ ਹੈ ਭਾਈ। ਇੱਥੇ ਪਹਿਲਾਂ ਸਿਰ ਦੇਣਾ ਪੈਂਦਾ। ਇਹ ਨਹੀਂ ਕਿ ਮੇਰੀ ਸ਼ੋਭਾ ਹੋ ਜਾਏ, ਮੇਰਾ ਸੰਸਾਰ 'ਚ ਨਾਮਣਾ ਹੋ ਜਾਏ, ਨਾ ਨਾ ਨਾ। ਮਿਸਲ ਫਕੀਰਾਂ ਗਾਖੜੀ, ਪਹਿਲਾਂ ਸਿਰ ਦੇ ਆਪਣਾ। ਫਕੀਰਾਂ ਦੀ ਤਰ੍ਹਾਂ ਗਾਖੜੀ ਹੈ ਇਹ ਘਰ। ਸੋ ਪਾਈਐ ਪੂਰ ਕਰਮ, ਤੇ ਪੂਰਬਲੇ ਕਰਮਾਂ ਤੋਂ ਇਹ ਦਾਤ ਮਿਲਦੀ ਹੈ ਦੀਨ ਦੀ। ਇਹਨੂੰ ਹੀ ਭਗਤ ਕਬੀਰ ਜੀ ਕਹਿੰਦੇ ਦੀਨ ਗਵਾਇਆ ਦੁਨੀ ਸਿਉ। ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ। ਹੁਣ ਤੂੰ ਦੇਖ ਲੈ, ਆਪਣੇ ਪੈਰਾਂ 'ਚ ਆਪ ਕੁਹਾੜਾ ਮਾਰਨਾ ਜਾਂ ਆਪਣਾ ਜੀਵਨ ਸੁਧਾਰਨਾ। ਇਸ ਕਰਕੇ ਮਹਾਰਾਜ ਜੀ ਨੇ ਦੀਨ ਤੇ ਦੁਨੀ ਦੋਨੋਂ ਰਸਤੇ ਦੱਸੇ। ਪਰ ਅਸੀਂ ਦੁਨੀਆਦਾਰ ਹੋ ਗਏ ਹਾਂ, ਰੱਬ ਤੋਂ ਅਸੀਂ ਬੇਮੁਖ ਹੋ ਗਏ ਹਾਂ। ਸੁਣੋ ਸਾਡਾ ਹਾਲ ਕੀ ਹੈ। ਸੂਹੀ ਮਹੱਲਾ ਪੰਜਵਾਂ, ਦੀਨ ਛਡਾਏ ਦੁਨੀ ਜੋ ਲਾਏ। ਵਾਹਿਗੁਰੂ ਨੂੰ ਛੱਡ ਕੇ ਦੁਨੀਆ ਵਾਲੇ ਅਸੀਂ ਹੋ ਗਏ। ਉਹਨੂੰ ਵੀ ਵੇਖ ਲਈਏ, ਉਹ ਵੀ ਨਾਰਾਜ਼ ਨਾ ਹੋ ਜਾਏ, ਉਹ ਵੀ ਨਾਰਾਜ਼ ਨਾ ਹੋ ਜਾਏ, ਉਹ ਕੀ ਕਹੇਗਾ, ਉਹ ਕੀ ਕਹੇਗਾ। ਮਹਾਰਾਜ ਕਹਿੰਦੇ ਕਰ ਲਓ ਫਿਰ ਸਭ ਨੂੰ ਖੁਸ਼। ਤੁਸੀਂ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ। ਹਾਂ, ਇੱਕ ਨੂੰ ਖੁਸ਼ ਕਰੋ ਜੋ ਉਹ ਕਹਿੰਦਾ ਹੈ। ਦੁਨੀਆ ਤੁਹਾਡੀ ਗੁਲਾਮ ਬਣੇਗੀ ਅੱਜ, ਨਹੀਂ ਤੇ ਕੱਲ੍ਹ ਦੁਨੀਆ ਤੁਹਾਨੂੰ ਸਿਰ ਝੁਕਾਏਗੀ। ਜੇ ਜਿਉਂਦੇ ਜੀ ਨਹੀਂ ਤੁਹਾਡੇ, ਵੈਸੇ ਤਾਂ ਦਸਤੂਰ ਹੈ ਜਿਉਂਦੇ ਜੀ ਕੌਣ ਕਿਸੇ ਨੂੰ ਮੂੰਹ 'ਤੇ ਕਹਿ ਕੇ ਖੁਸ਼ ਹੁੰਦਾ ਹੈ, ਪਰ ਜਾਣ ਤੋਂ ਬਾਅਦ ਵੈਸੇ ਦਸਤੂਰ ਹੈ, ਬੰਦਾ ਜਾਣ ਤੋਂ ਬਾਅਦ ਹੀ ਪੂਜਿਆ ਜਾਂਦਾ ਹੈ। ਪਰ ਸੱਚੀ ਮੁੱਚੀ ਜਿਹੜੇ ਸੰਤ ਨੇ ਉਹ ਜਿਉਂਦੇ ਜੀ ਵੀ ਆਪਣਾ ਸਿੱਕਾ ਮਨਾ ਕੇ ਜਾਂਦੇ ਨੇ। ਸੱਚ ਹੈ, ਦੁਨੀਆ ਸਿਰ ਝੁਕਾਉਂਦੀ। ਇੱਕ ਗੁਰੂ ਦੀ ਮੰਨ ਲਈਏ, ਦੁਨੀਆ ਨੂੰ ਦੇਖਣ ਲੱਗ ਜਾਈਏ, ਦੁਨੀਆ ਖੁਸ਼ ਨਹੀਂ ਹੋ ਸਕਦੀ ਸਾਡੇ ਤੋਂ। ਹਾਂ, ਵਾਹਿਗੁਰੂ ਨੂੰ ਖੁਸ਼ ਕਰ ਦਈਏ, ਦੁਨੀਆ ਸਾਰੀ। ਇਹਨੂੰ ਹੀ ਤੇ ਕਿਹਾ ਨਾ ਕਿ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ।
ਸਾਰਾ ਜਗਤ ਮੈਂ ਤੇਰਾ ਕਰ ਦਾਂਗਾ ਤੂੰ ਜੇ ਤੂੰ ਮੇਰਾ ਹੋ ਜਾਏ। ਅਸੀਂ ਕੀ ਕੀਤਾ? ਦੁਨੀ ਦੇ ਪਿੱਛੇ ਦੀਨ ਛੱਡ ਦਿੱਤਾ। ਦੀਨ ਛਡਾਏ ਦੁਨੀ ਜੋ ਲਾਏ, ਦੂਹੀ ਸਰਾਈ ਖੁਨਾਮੀ ਕਹਾਏ। ਖੁਨਾਮੀ ਕਹਿੰਦੇ ਆ ਗੁਨਾਹਗਾਰ। ਦੋ ਹੀ ਥਾਂ, ਨਾ ਦੀਨ ਦੇ ਹੋ ਨਾ ਗੁਰੂ ਦੇ ਹੋ ਸਕੇ ਨਾ ਦੁਨੀਆ ਦੇ। ਕਿਉਂ? ਦੁਨੀਆ ਨੇ ਤੇ ਕਹਿਣਾ ਹੀ ਹੈ ਮਾੜਾ, ਦੁਨੀਆ ਨੇ ਤੇ ਨੁਕਸ ਕੱਢੀ ਜਾਣਾ। ਇੰਨਾ ਜਿੰਨਾ ਮਰਜ਼ੀ ਜ਼ੋਰ ਲਾ ਲਓ, ਦੁਨੀਆ ਦੇ ਬੰਦੇ ਨੇ ਤੇ ਕਹਿਣਾ ਤੇਰੇ 'ਚ ਇਹ ਵੀ ਕਮੀ ਹੈ। ਬੰਦਾ ਮਰ ਜਾਂਦਾ ਕਰਦਾ ਕਰਦਾ, ਕਹਿੰਦਾ ਫਿਰ ਵੀ ਦੁਨੀਆ ਦੇ ਲੋਕਾਂ ਨੇ ਨੁਕਸ ਕੱਢਣਾ। ਪਰ ਜੇ ਦੀਨ ਵਾਲੇ ਮਾਰਗ ਤੋਂ ਟੁੱਟ ਗਿਆ ਫਿਰ ਤੇ ਤੂੰ ਦੀਨ ਦਾ ਵੀ ਨਹੀਂ ਰਿਹਾ ਜੀ। ਜੋ ਤਿਸ ਭਾਵੈ ਸੋ ਪਰਵਾਣ, ਆਪਣੀ ਕੁਦਰਤ ਆਪੇ ਜਾਣ ਰਹਾਓ। ਜੋ ਵਾਹਿਗੁਰੂ ਤੁਹਾਨੂੰ ਭਾਉਂਦਾ ਉਹੀ ਪ੍ਰਵਾਨ ਕਰਾਂ ਮੈਂ ਉਹ ਮੰਨ ਲਾਂ ਕਿ ਉਹੀ ਪ੍ਰਵਾਨ ਹੈ, ਉਹੀ ਸੁੱਖ ਦੇਣ ਵਾਲਾ ਹੈ, ਉਹੀ ਅਸਲ। ਪਰ ਮੈਂ ਮੰਨ ਕੇ ਰਾਜੀ ਨਹੀਂ ਹਾਂ। ਮੈਂ ਤੇ ਕਹਿੰਦਾ ਜੋ ਦੁਨੀਆ ਨੂੰ ਪ੍ਰਵਾਨ ਹੈ ਮੈਂ ਉਹ ਕਰਾਂਗਾ। ਨਹੀਂ, ਜੋ ਤਿਸ ਭਾਵੈ ਸੋ ਪ੍ਰਵਾਨ, ਆਪਣੀ ਕੁਦਰਤ ਆਪੇ ਜਾਣ। ਮੈਂ ਇਹ ਸੋਚ ਕੇ ਤੁਰਿਆ ਕਿ ਇਹ ਹੋਏਗਾ, ਇਹ ਹੋਏਗਾ, ਇਹ ਹੋਏਗਾ, ਪਰ ਉਹ ਹੋਏਗਾ ਜੋ ਵਾਹਿਗੁਰੂ ਨੂੰ ਚੰਗਾ ਲੱਗਦਾ। ਮਤਾ ਕਰੇ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ। ਖਿਨ ਮੈਂ ਥਾਪ ਉਤਾਪਨ ਹਾਰਾ, ਆਪਨ ਹਾਥ ਮਤਾਂਤ। ਇਹਨੂੰ ਮਹਾਰਾਜ ਜੀ ਕਹਿੰਦੇ ਹੈ ਆਪਣੀ ਕੁਦਰਤ ਆਪੇ ਜਾਣ। ਬੰਦਾ ਬੜੀਆਂ ਬਾਹਾਂ ਮਾਰਦਾ, ਬੜੀਆਂ ਫੜਾ ਮਾਰਦਾ, ਮੈਂ ਇਹ ਕਰਨਾ ਇਹ ਕਰਨਾ, ਹੁਣ ਇਵੇਂ ਕਰ ਲੈਣਾ, ਪਰ ਵਾਹਿਗੁਰੂ ਦੀ ਕੁਦਰਤ ਉਹ ਆਪੇ ਜਾਣਦਾ ਹੈ ਰਹਾਓ। ਸੱਚਾ ਧਰਮ ਪੁੰਨ ਭਲਾ ਕਹਾ ਕਰਾਏ, ਦੀਨ ਕੈ ਤੋਸੈ ਦੁਨੀ ਨਾ ਜਾਏ। ਸੱਚ, ਸੱਚਾ ਧਰਮ ਪੁੰਨ ਭਲਾ ਕਰਾਏ, ਇਹ ਗੁਣ ਦੱਸੇ ਨੇ ਵਾਹਿਗੁਰੂ ਜੀ ਨੇ, ਪਾਰ ਬ੍ਰਹਮ ਪਰਮੇਸ਼ਵਰ ਨੇ ਦੀਨ ਹੋਣ ਦੇ। ਇੱਕ ਤੇ ਤੇਰੇ ਅੰਦਰ ਦਇਆ ਹੋਣੀ ਬੜੀ ਜ਼ਰੂਰੀ ਹੈ। ਜਿੰਨਾ ਚਿਰ ਤੱਕ ਸਾਡੇ ਅੰਦਰ ਦਇਆ ਨਾ ਪੈਦਾ ਹੋਏ ਨਾ, ਅਸੀਂ ਧਰਮੀ ਹੋ ਹੀ ਨਹੀਂ ਸਕਦੇ। ਸ਼ੈਤਾਨ ਮਨੁੱਖ ਇਸ ਲਈ ਧਰਮੀ ਨਹੀਂ ਹੋ ਸਕਦਾ, ਉਹਦੇ ਅੰਦਰ ਦਇਆ ਨਹੀਂ ਹੈ। ਲੋਭੀ ਮਨੁੱਖ ਦੇ ਅੰਦਰ ਤੇ ਦਇਆ ਆ ਹੀ ਨਹੀਂ ਸਕਦੀ। ਉਹਨੂੰ ਕਹਿੰਦਾ ਮੈਂ ਆਪਣਾ ਉੱਲੂ ਸਿੱਧਾ ਕਰਾਂ, ਦੁਨੀਆ ਭਾਵੇਂ ਟੱਠੇ ਖੂਚੇ ਜਾਏ, ਮੈਨੂੰ ਕੀ ਹੈ। ਜੇ ਦੁਨੀਆ ਦਾ ਬੰਦਾ ਰੱਬ ਕੋਲ ਅਰਦਾਸ ਕਰਨ ਆਉਂਦਾ, ਉਹ ਕਹਿੰਦਾ ਰੱਬ ਸੰਸਾਰ ਦਾ ਭਲਾ ਹੋਏ ਪਰ ਪਹਿਲਾਂ ਮੇਰਾ ਭਲਾ ਕਰ, ਪਹਿਲਾਂ ਮੇਰਾ ਕਰ ਫਿਰ ਸੰਸਾਰ ਦਾ ਹੋਏ। ਪਰ ਸਿੱਖ ਤੇ ਅਰਦਾਸ ਨਾਲੇ ਆਪਣੀ ਵੀ ਕਰਦਾ, ਨਾਲੇ ਸਰਬਤ ਖਾਲਸੇ ਦੀ ਵੀ ਕਰਦਾ। ਇਹ ਵੀ ਕਹਿੰਦਾ ਜਹਾਂ ਜਹਾਂ ਖਾਲਸਾ ਜੀ ਸਹਾਏ, ਤਹਾਂ ਤਹਾਂ ਰਛਿਆ ਰਹਿ। ਸਰਬਤ ਖਾਲਸੇ ਦੀ ਅਰਦਾਸ ਕਰਕੇ ਫਿਰ ਇਹ ਅਰਦਾਸ ਦੇ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਤੇ ਬੰਦਿਆ ਤੈਨੂੰ ਇਹ ਨਹੀਂ ਪਤਾ ਕਿ ਸਰਬਤ 'ਚ ਤੇ ਤੂੰ ਵੀ ਆ ਗਿਆ। ਇਹ ਗੱਲ ਧਰਮੀ ਬੰਦੇ ਨੂੰ ਸਮਝ ਆਉਂਦੀ ਹੈ, ਪਰ ਦੁਨਿਆਵੀ ਨੂੰ ਸਮਝ ਨਹੀਂ ਆਉਂਦੀ ਕਿ ਸਰਬਤ ਦੇ ਵਿੱਚ ਤੇ ਮੈਂ ਵੀ ਆ ਗਿਆ, ਮੈਂ ਵੀ ਸਰਬਤ ਵਿੱਚ ਹੀ ਆ ਗਿਆ। ਕਿ ਜੇ ਮੇਰਾ ਸਵਰੇਗਾ ਤੇ ਨਾਲ ਦਿਆਂ ਦਾ ਵੀ ਸਵਰੇਗਾ, ਜੇ ਨਾਲ ਦਿਆਂ ਦਾ ਸਵਰੇਗਾ ਤੇ ਮੇਰਾ ਵੀ ਸਵਰੇਗਾ। ਹੁਣ ਇਸ ਗੱਲ ਨੂੰ ਸਮਝਣ ਵਾਸਤੇ ਇੱਕ ਕਹਾਣੀ ਲੈ ਲਈਏ। ਇੱਕ ਪਿੰਡ ਦੇ ਵਿੱਚ ਇੱਕ ਜ਼ਮੀਂਦਾਰ ਸੀ। ਉਹਦੀ ਸਾਰੇ ਪਿੰਡ ਨਾਲੋਂ ਨਾ ਲਾਗਲੇ ਜਿੰਨੇ ਪਿੰਡ ਸਨ ਸਭ ਤੋਂ ਵਧੀਆ ਫਸਲ ਹੁੰਦੀ ਸੀ। ਕੈਸਾ ਨਰੋਇਆ ਬੀਜ ਉਹਦੇ ਕੋਲ, ਕੈਸੀ ਉਹਦੀ ਫਸਲ, ਇੱਕ ਇੱਕ ਸਿੱਟੇ ਵਿੱਚ ਕਈ ਕਈ ਦਾਣੇ। ਯੂਨੀਵਰਸਿਟੀਆਂ ਵਾਲੇ ਭੱਜ ਭੱਜ ਕੇ ਆ ਗਏ ਉਹਦੇ ਕੋਲ ਕਿ ਭਾਈ ਇਹ ਤੇ ਬੀਜ ਅਸੀਂ ਵੀ ਨਹੀਂ ਬਣਾ ਸਕੇ, ਤੂੰ ਕਿਵੇਂ ਬਣਾ ਲਿਆ ਬੀਜ ਇੰਨਾ ਵਧੀਆ, ਤੇ ਨਾ ਤੇਰੀ ਫਸਲ ਨੂੰ ਨਾ ਕੋਈ ਕੀੜਾ ਲੱਗਦਾ, ਨਾ ਕੋਈ ਤੇਰੀ ਫਸਲ ਦੇ ਵਿੱਚ ਕੋਈ ਮਿਕਸ ਹੁੰਦੀ ਹੈ ਬੀਜ। ਕਿਉਂਕਿ ਆਮ ਫਸਲਾਂ ਦੇ ਵਿੱਚ ਵੱਡੇ ਛੋਟੇ ਬੀਜ ਮਿਕਸ ਹੋ ਜਾਂਦੇ। ਜਿਸ ਤਰ੍ਹਾਂ ਤੁਸੀਂ ਬਾਜ਼ਾਰ ਤੋਂ ਬਦਾਮ ਲੈ ਕੇ ਆਓ, ਐਡੀ ਠੱਗੀ ਹੈ, ਛੋਟਿਆਂ ਦੇ ਨਾਲ ਵੱਡੇ ਮਿਕਸ ਕੀਤੇ ਹੁੰਦੇ, ਵੱਡਿਆਂ ਨਾਲ ਛੋਟੇ ਮਿਕਸ ਕੀਤੇ ਹੁੰਦੇ। ਨਰੋਆ ਨਹੀਂ ਤੁਹਾਨੂੰ ਮਿਲ ਸਕਦਾ ਬੀਜ, ਕੋਈ ਵਿਰਲਾ ਠਾਵਾਂ ਕੋਈ ਕਹੇ ਕਿ ਮਿਲ ਜੇ। ਹਰ ਥਾਂ ਤੇ ਠੱਗੀ ਚੱਲਦੀ ਹੈ ਕਿ ਇੱਕੋ ਜਿਹੇ ਨਹੀਂ ਮਿਲਦੇ, ਕਿ ਉਹਦੇ ਵਿੱਚ ਵੀ ਮਿਕਸ ਕੀਤੇ ਹੁੰਦੇ ਆ, ਕਿ ਤੇਲ ਵਾਲਿਆਂ ਬਦਾਮਾਂ ਵਿੱਚ ਬੇਤੇਲੇ ਬਦਾਮ ਵੀ ਕੀਤੇ ਹੁੰਦੇ ਆ, ਕਿ ਚਲੋ ਜੀ ਸਾਰੀ ਵਿਕ ਜਾਣਗੇ ਸਾਰੀ। ਪਰ ਯੂਨੀਵਰਸਿਟੀ ਵਾਲਿਆਂ ਨੇ ਉਹਦੇ ਇੱਕ ਇੱਕ ਬੀਜ ਦਾ ਐਨਾਲਿਸਿਸ ਕੀਤਾ ਕਿ ਭਾਈ ਇਹਦੇ ਸਾਰੇ ਬੀਜ ਇੱਕੋ ਜਿਹੇ ਨੇ। ਕਮਾਲ ਦੀ ਗੱਲ ਹੈ, ਨਾ ਕੋਈ ਕੀੜਾ ਪੈਂਦਾ, ਨਾ ਕੋਈ ਹੋਰ ਇਹਦੇ ਵਿੱਚ ਛੋਟਾ ਬੀਜ ਉੱਡ ਕੇ ਹੈ। ਜਦ ਯੂਨੀਵਰਸਿਟੀ ਵਾਲੇ ਉਹਦੇ ਕੋਲ ਆਏ, ਕਹਿੰਦੇ ਭਰਾਵਾ ਤੂੰ ਇੰਨੀ ਚੰਗੀ ਫਸਲ ਕਿਵੇਂ, ਇਹ ਬੀਜ ਸਾਨੂੰ ਵੀ ਦੇ। ਕਹਿੰਦੇ ਲਓ ਜਿੰਨਾ ਮਰਜ਼ੀ ਲੈ ਜਾਓ। ਕਹਿੰਦੇ ਕਿੰਨੇ ਪੈਸੇ ਲਏਗਾ? ਕਹਿੰਦਾ ਉਨਾ ਹੀ ਦਾਮ ਲਾਂਗਾ ਜਿੰਨੇ ਦਾਮ ਦਾ ਆਮ ਬੀਜ ਵਿਕਦਾ। ਕਹਿੰਦੇ ਕਮਾਲ ਹੈ। ਕਹਿੰਦੇ ਤੂੰ ਲਾਗੇ ਦੇ ਆਪਣੇ ਜਿਹੜੇ ਖੇਤ ਨੇ ਉਹਨਾਂ ਦਾ ਤੇਰੀ ਖੇਤੀ ਤੇ ਪ੍ਰਭਾਵ ਕਿਉਂ ਨਹੀਂ ਪੈਂਦਾ? ਜਦ ਕੋਈ ਬੰਦਾ ਆਰਗੈਨਿਕ ਖੇਤੀ ਕਰਦਾ ਹੋਏ ਨਾ,
ਚੰਗੀ ਖੇਤੀ ਕਰਦਾ ਹੋਏ। ਲਾਗਲੇ ਦੀਆਂ ਜ਼ਮੀਨਾਂ ਦੇ ਵਿੱਚ ਦੂਸਰੀ ਖੇਤੀ ਹੁੰਦੀ ਹੋਏ ਨਾ, ਤੇ ਉਹ ਆਰਗੈਨਿਕ ਖੇਤੀ ਕਾਮਯਾਬ ਨਹੀਂ ਹੋ ਸਕਦੀ। ਉਹ ਲਾਗਲੇ ਦੀ ਖੇਤੀ ਜਿਹੜੀ ਲਾਗਲੇ ਵਾਲੀ ਜਿਹੜੀ ਫਸਲਾਂ ਲੋਕੀ ਉਗਾ ਰਹੇ ਨੇ, ਉਹਦਾ ਅਸਰ ਪੈਂਦਾ। ਕਹਿੰਦੇ ਤੇਰੇ ਤੇ ਕਿਉਂ ਨਹੀਂ ਪੈ ਰਿਹਾ? ਕਹਿੰਦੇ ਸਭ ਤੋਂ ਪਹਿਲਾ ਕੰਮ ਮੈਂ ਇਹ ਕੀਤਾ, ਨਰੋਇਆ ਬੀਜ ਤਿਆਰ ਕੀਤਾ। ਫਿਰ ਉਸ ਬੀਜ ਦੀ ਪਹਿਲੀ ਵਾਰ ਫਸਲ ਕੀਤੇ ਕਰਕੇ, ਜਿਹੜਾ ਪਹਿਲੀ ਵਾਰ ਮੈਂ ਬੀਜ ਫਸਲ ਤਿਆਰ ਕੀਤੀ, ਉਹ ਫਸਲ ਵੇਚੀ ਨਹੀਂ। ਉਸ ਫਸਲ ਦਾ ਸਾਰਾ ਬੀਜ ਮੈਂ ਆਪਣੇ ਆਂਢ ਗੁਆਂਢ ਦੀਆਂ ਜਿੰਨੀਆਂ ਜ਼ਮੀਨਾਂ ਸਨ ਸਾਰਿਆਂ ਨੂੰ ਦੇ ਆਇਆ ਕਿ ਭਲਿਓ ਤੁਸੀਂ ਵੀ ਇਹ ਖੇਤੀ ਕਰੋ। ਕਿਉਂ? ਕਹਿੰਦੇ ਜੇ ਉਹ ਮਾੜੀ ਖੇਤੀ ਕਰਦੇ ਤੇ ਮੇਰੀ ਖੇਤੀ ਚੰਗੀ ਹੋ ਹੀ ਨਹੀਂ ਸਕਦੀ ਸੀ। ਉਹਨਾਂ ਦੇ ਲੱਗੇ ਹੋਏ ਕੀੜੇ ਮੇਰੇ ਤੇ ਆਉਂਦੇ। ਜੇ ਉਹ ਮਾੜੀ ਖੇਤੀ ਹੁੰਦੀ, ਉਹਨਾਂ ਦਾ ਮਾੜਾ ਬੀਜ ਉੱਡ ਕੇ ਮੇਰੇ ਬੀਜ 'ਚ ਆਉਂਦਾ, ਫਿਰ ਮੈਂ ਚੰਗਾ ਨਹੀਂ ਕਰ ਸਕਦਾ। ਕਹਿੰਦੇ ਹੁਣ ਮੈਂ ਵੀ ਕਮਾ ਰਿਹਾ ਤੇ ਉਹ ਵੀ ਚੰਗਾ ਕਮਾ ਰਹੇ ਨੇ। ਹੁਣ ਇਸ ਕਰਕੇ ਸਰਬੱਤ ਦਾ ਭਲਾ ਹੈ। ਜੇ ਅਸੀਂ ਦੂਸਰਿਆਂ ਦਾ ਭਲਾ ਕਰਨ ਤੁਰੀਏ ਨਾ, ਕਦੀ ਵੀ ਸਾਡਾ ਬੁਰਾ ਨਹੀਂ ਹੋਏਗਾ। ਵਕਤੀ ਤੌਰ 'ਤੇ ਸਾਨੂੰ ਲੱਗੇਗਾ ਸਾਡਾ ਬੁਰਾ ਹੋ ਰਿਹਾ, ਪਰ ਕਦੀ ਬੁਰਾ ਨਹੀਂ ਹੋਣ ਦੇਗਾ ਕੁਦਰਤ ਦਾ। ਇਹ ਨੇਮ ਹੈ। ਸੱਚਾ ਧਰਮ ਪੁੰਨ ਭਲਾ ਕਰਾਏ, ਇਹ ਸੱਚਾ ਨੇਮ ਨਿਭਾ। ਪੁੰਨ ਕਰ ਤੇਰੇ ਅੰਦਰ ਪੁੰਨ ਤੇ ਭਲਾ, ਇਹ ਸਾਰੀ ਦਇਆ ਦੀ ਭਾਵਨਾ ਹੈ। ਮਹਾਰਾਜ ਕਹਿੰਦੇ ਇਹ ਲੈ ਕੇ ਆਏ ਆਪਣੇ ਮਨ ਦੇ ਅੰਦਰ ਕਿ ਇਹ ਨਾ ਹੋਏ ਕਿ ਦੀਨੈ ਕੇ ਤੋਸੈ, ਦੀਨ ਕੈ ਤੋਸੈ ਦੁਨੀ ਨਾ ਜਾਏ, ਕਿ ਦੀਨ ਦਾ ਧਨ ਇਕੱਠਾ ਕਰੇ ਤੇ ਦੁਨੀ ਨਾ ਚਲੀ ਜਾਏ ਤੇਰੇ ਹੱਥੋਂ, ਜਾਂ ਦੁਨੀਆ ਦਾ ਹੋਏ ਤੇ ਦੀਨ ਨਾ ਗਵਾ ਬੈਠੇ। ਹੁਣ ਇਹ ਦੋਨੋਂ ਗੱਲਾਂ ਨੇ ਕਿ ਧਰਮ ਦੀ ਜਿਹੜੀ ਨਾਮ ਧਨ ਇਕੱਠਾ ਕਰਦਿਆਂ ਉਸ ਨੂੰ ਇਹ ਦੁਨੀਆ ਦੇ ਨਾਲ ਵੀ ਨਹੀਂ ਵਿਗਾੜਨੀ। ਇਸ ਗੱਲ ਨੂੰ ਸਮਝਿਓ। ਇਹ ਨਾ ਹੋਏ ਮੈਂ ਬੂਹੇ ਭੇੜ ਕੇ ਬਹਿ ਗਿਆ ਅੰਦਰ, ਬਈ ਮੈਨੂੰ ਤੇ ਡਿਸਟਰਬ ਨਾ ਕਰੋ, ਮੈਂ ਤੇ ਹੁਣ 4 ਘੰਟੇ ਵਾਹਿਗੁਰੂ ਸਿਮਰਨ ਕਰਨਾ। ਅਗਲਾ ਬੰਦਾ ਬਾਹਰ ਖੜਾ, ਮੈਂ ਦੁਖੀਆਂ ਭਾਈ ਮੇਰਾ ਭਲਾ ਕਰ ਦੇ, ਤੇ ਉਹ ਬੰਦਾ ਬਾਹਰ ਹੀ ਨਾ ਨਿਕਲੇ, ਨਹੀਂ ਜੀ ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਤੇ ਸਿਮਰਨ ਕਰਨਾ। ਇਹ ਨਹੀਂ 2 ਬਚਨ ਬੋਲਣ ਨਾਲ ਉਹਦਾ ਭਲਾ ਹੋ ਜਾਂਦਾ, ਤੇ 2 ਬਚਨ ਬੋਲ ਦਿੰਦਾ। 2 ਗੱਲਾਂ ਬੈਠ ਕੇ ਤੂੰ ਸਿਆਣਾ ਸੀ, ਉਹਨਾਂ ਦਾ ਆਪਸੀ ਨਿਪਟਾਰਾ ਕਰ ਦਿੰਦਾ, ਭਲਾ ਹੋ ਜਾਂਦਾ। 2 ਟਕੇ ਤੂੰ ਖਰਚ ਦਿੰਦਾ, ਉਹਦਾ ਭਲਾ ਹੋ ਜਾਂਦਾ। ਦੋਨੋਂ ਕੰਮ ਕਰਨੇ ਹੈ ਤੇਰੇ ਅੰਦਰ। ਦੁਨੀਆ ਲਈ ਸੱਚਾ ਧਰਮ ਪੁੰਨ ਭਲਾ ਕਰਾਏ, ਇਹ ਵੀ ਹੋਏ, ਤੇ ਨਾਲ ਤੇਰੇ ਅੰਦਰ ਰੱਬ ਦੀ ਬੰਦਗੀ ਵੀ ਹੋਏ। ਇਹ ਨਾ ਹੋਏ ਦੀਨ ਕੈ ਤੋਸੈ ਦੁਨੀ ਨਾ ਜਾਏ, ਦੀਨ ਕਮਾ ਰਿਆਂ ਤੇ ਦੁਨੀ ਚਲੀ ਜਾਏ। ਨਹੀਂ, ਦੁਨੀਆ ਦੇ ਵਿੱਚ ਵੀ ਤੂੰ ਸੱਚਾ ਬਣ ਤੇ ਦੀਨ ਦੇ ਵਿੱਚ ਵੀ ਕਮਾਈ ਕਰ ਦੇ। ਸਰਬ ਨਿਰੰਤਰ ਏਕੋ ਜਾਗੈ, ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ। ਸਰਬ ਨਿਰੰਤਰ ਏਕੋ ਜਾਗੈ, ਸਾਰਿਆਂ ਦੇ ਵਿੱਚ ਇੱਕ ਰੂਪ ਦੇ ਵਿੱਚ ਪਾਰਬ੍ਰਹਮ ਪਰਮੇਸ਼ਵਰ ਦੀ ਜੋਤ ਤੈਨੂੰ ਦਿਸੇ। ਤੂੰ ਸੁਚੇਤ ਹੋ ਕੇ ਜੀਵਨ ਦੇ ਵਿੱਚ ਵਿਚਰਿਆ ਕਰ। ਬਈ ਇਹ ਨਾ ਹੋਏ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਚੋਲੇ ਤੋਂ ਕਲੀ ਟੁੱਟ ਗਈ, ਤੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ, ਪੁੱਤਰ ਜੀ ਜੇ ਫਿਰ ਚੋਲਾ ਪਾਇਆ ਤੇ ਸੰਕੋਚ ਕੇ ਤੁਰਨਾ। ਇਹ ਬੜਾ ਧਿਆਨ। ਜੇ ਆਮ ਬੰਦੇ ਹੋਏ ਤੇ ਕੋਈ ਪਰਵਾਹ ਨਹੀਂ, ਜਿਸ ਦਿਨ ਧਰਮ ਦੇ ਮਾਰਗ ਤੇ ਪੈਰ ਰੱਖਤਾ ਨਾ, ਤੁਹਾਨੂੰ ਸੁਚੇਤ ਹੋਣਾ ਹੀ ਪਏਗਾ। ਦੁਨੀਆ ਤੁਹਾਡੇ ਨੂੰ ਵੱਧ ਵੇਖੇਗੀ, ਵੱਧ ਸੁਣੇਗੀ, ਤੁਹਾਨੂੰ ਸੁਚੇਤ ਹੋ। ਦੁਨੀਆ ਕਰਕੇ ਨਹੀਂ, ਦੀਨ ਕਰਕੇ, ਕਿ ਮੇਰੇ ਉੱਤੇ ਵੱਧ ਜ਼ਿੰਮੇਵਾਰੀ ਹੈ। ਕਿਉਂ? ਕਿਉਂਕਿ ਮੈਂ ਦੀਨ ਦੇ ਰਸਤੇ 'ਤੇ ਤੁਰ ਪਿਆ। ਮੇਰਾ ਪੈਰ ਨਹੀਂ ਤਿਲਕਣਾ ਚਾਹੀਦਾ। ਮੈਂ ਮਾੜਾ ਨਾ ਬੋਲਾਂ, ਮੈਂ ਝੂਠ ਬੋਲਣ ਤੋਂ ਵੀ ਸੰਕੋਚ ਕਰਾਂ, ਯਤਨ ਕਰਾਂ ਕਿ ਦਿਲ ਨਾ ਦੁਖੇ ਕਿਸੇ ਦਾ। ਇਹ ਸਾਰਾ ਕੁਝ ਮਹਾਰਾਜ ਜੀ ਕਹਿੰਦੇ ਹੈ, ਸਰਬ ਨਿਰੰਤਰ ਏਕੋ ਜਾਗੈ, ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ। ਜਿੱਥੇ ਜਿੱਥੇ ਸਵਾਮੀ ਨੇ ਜੋੜ ਦਿੱਤਾ, ਇਸ ਗੱਲ ਨੂੰ ਸਮਝਿਆ ਕਰ ਕਿ ਨਿੰਦਾ, ਜਿਹੜਾ ਨਿੰਦਾ ਕਰਨ ਆਇਆ ਤੂੰ ਵੀ ਉਹਦੀ ਨਿੰਦਾ ਕਰ ਦੇ। ਨਹੀਂ, ਤੂੰ ਸਮਝ ਕਿ ਰੱਬ ਨੇ ਇਹਦੀ ਡਿਊਟੀ ਨਿੰਦਾ ਕਰਨ ਦੀ ਲਾਈ ਹੈ, ਮੈਂ ਕੀ ਕਰ ਸਕਦਾ। ਹੁਣ ਮੇਰੇ ਕੱਪੜੇ 'ਚ ਚਿੱਕੜ ਦਾ ਦਾਗ ਲੱਗ ਜੇ, ਚਿੱਕੜ ਨੂੰ ਚਿੱਕੜ ਨਾਲ ਥੋੜ੍ਹੀ ਧੋਇਆ ਜਾਏਗਾ, ਸਾਫ਼ ਪਾਣੀ ਨਾਲ ਧੋਇਆ ਜਾਏਗਾ ਨਾ। ਨਿੰਦਾ ਨਹੀਂ ਧੋ ਸਕਦੀ। ਨਿੰਦਾ ਪ੍ਰਭੂ ਦਾ ਨਾਮ ਹੀ ਧੋਏਗੀ। ਜਿੱਥੇ ਨਿੰਦਾ ਖਤਮ ਹੁੰਦੀ ਹੈ, ਉਹ ਸੰਤ ਜਨਾਂ ਕੋਲ ਜਾ ਕੇ ਹੀ ਖਤਮ ਹੁੰਦੀ ਹੈ, ਕਿਉਂਕਿ ਸੰਤ ਜਨ ਉਹਨੂੰ ਨਾਮ ਨਾਲ ਖਤਮ ਕਰ ਦਿੰਦੇ। ਨਹੀਂ ਤੇ ਆਮ ਬੰਦਿਆਂ ਦੇ ਵਿੱਚ ਨਿੰਦਾ ਘੁੰਮਦੀ ਰਹਿੰਦੀ ਹੈ ਸਾਰੀ ਉਮਰ। ਉਹਨੇ ਉਹ ਕਹਿਤਾ, ਉਹਨੇ ਉਹ ਕਹਿਤਾ, ਉਹਨੇ ਉਹ ਕਹਿਤਾ। ਪਰ ਨਹੀਂ, ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ। ਜਿਵੇਂ ਜਿਵੇਂ ਵਾਹਿਗੁਰੂ ਨੇ ਲਾਗੈ,
ਲਾਇਆ ਉੱਥੇ ਹੀ ਲੱਗਦਾ ਹੈ ਜੀ। ਅਗਮ ਅਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਅਗਮ ਹੈ, ਅਗੋਚਰ ਹੈ, ਸੱਚਾ ਸਾਹਿਬ ਹੈ ਮੇਰਾ ਵਾਹਿਗੁਰੂ। ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਜਿਸ ਤਰ੍ਹਾਂ ਤੁਸੀਂ ਬੁਲਾਉਂਦੇ ਹੋ, ਜਿਸ ਤਰ੍ਹਾਂ ਤੁਸੀਂ ਆਪਣੇ ਬੱਚੇ ਨੂੰ, ਆਪਣੇ ਜਨ ਨੂੰ ਸੋਝੀ ਬਖਸ਼ਦੇ ਹੋ, ਮੈਂ ਉਸ ਤਰ੍ਹਾਂ ਹੀ ਬੋਲਾਂ ਵਾਹਿਗੁਰੂ ਜੀ। ਜਿਸ ਤਰ੍ਹਾਂ ਤੁਸੀਂ ਤੋਰੋ ਮੈਂ ਉਸ ਤਰ੍ਹਾਂ ਹੀ ਤੁਰਾਂ। ਦੀਨ ਤੇ ਦੁਨੀਆ ਮੈਂ ਦੋਨੋਂ ਕਮਾ ਸਕਾਂ, ਇਹ ਤੁਸੀਂ ਬਖਸ਼ਿਸ਼ ਕਰੋ ਜੀ। ਸੋਹੀ ਮਹਿਲਾ ਪੰਜਵਾ। ਪ੍ਰਾਤଃ ਕਾਲ ਹਰ ਨਾਮ ਉਚਾਰੀ, ਈਤ ਊਤ ਕੀ ਓਟ ਸਵਾਰੀ। ਅੰਮ੍ਰਿਤ ਵੇਲਾ ਸੰਭਾਲਣ ਦੀ ਮਹਾਰਾਜ ਜੀ ਨੇ ਜੁਗਤੀ ਦੱਸੀ ਹੈ ਬਈ ਸਵੇਰੇ ਉੱਠਣਾ ਹੀ ਉੱਠਣਾ ਹੈ। ਪ੍ਰਾਤಃ ਕਾਲ ਹੋਰ ਕੰਮ ਛੱਡ ਕੇ ਨਾਮ ਨੂੰ ਉਚਾਰਨਾ ਹੈ। ਪ੍ਰਾਤಃ ਕਾਲ ਸਵੇਰ ਨੂੰ ਕਿਹਾ, ਅੰਮ੍ਰਿਤ ਵੇਲਾ ਕਿਹਾ। ਈਤ ਊਤ ਕੀ ਓਟ ਸਵਾਰੀ। ਜੇ ਜਪਣਾ ਸ਼ੁਰੂ ਕਰ ਦੋਗੇ ਤੁਸੀਂ ਦੇਖੋਗੇ ਦੁਨੀਆ ਵੀ ਸੰਵਰ ਜਾਏਗੀ ਤੇ ਦੀਨ ਵੀ ਸੰਵਰ ਜਾਏਗਾ। ਅਸੀਂ ਕਹਿੰਦੇ ਦੁਨੀਆ ਦੇ ਦੁੱਖ ਨਹੀਂ ਖਤਮ ਹੋ ਰਹੇ, ਕਲੇਸ਼ ਨਹੀਂ ਖਤਮ ਹੋ ਰਹੇ। ਚਲੋ ਦੁਨੀਆ ਨੂੰ ਕੀ ਅਸੀਂ ਦੋਸ਼ ਦਈਏ, ਸਾਡੇ ਸੁਭਾਅ ਦੇ ਵਿੱਚ ਦੋਸ਼ ਹੈ, ਉਹ ਕਿਵੇਂ ਠੀਕ ਹੋਏ। ਗੁਰੂ ਅਰਜਨ ਸਾਹਿਬ ਕਹਿੰਦੇ ਉੱਠ ਕੇ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰ, ਦੇਖੀ ਤੂੰ ਵੀ ਠੀਕ ਹੋ ਜਾਏਗਾ, ਤੇਰੇ ਰਾਹੀਂ ਦੁਨੀਆ ਵੀ ਠੀਕ ਹੋ ਜਾਏਗੀ ਤੇ ਦੀਨ ਵੀ ਤੇਰਾ ਸਵਰ ਜਾਏਗਾ। ਇਸ ਕਰਕੇ ਅੰਮ੍ਰਿਤ ਵੇਲੇ ਦੇ ਨਾਲ ਹੀ ਈਤ ਊਤ ਕੀ ਓਟ ਸਵਾਰੀ, ਇੰਨੀ ਬਖਸ਼ਿਸ਼ ਹੈ ਅੰਮ੍ਰਿਤ ਵੇਲੇ ਦਾ ਜਪਿਆ ਹੋਇਆ ਨਾਮ ਤੇ ਅਰਦਾਸ ਤੇਰੇ ਜੀਵਨ ਨੂੰ ਦੁਨੀਆ ਤੇ ਦੀਨ, ਈਤ ਤੇ ਊਤ, ਇਹ ਦੋਨੋਂ ਸਵਾਰ ਦੇਗੀ ਜੀ। ਸਦਾ ਸਦਾ ਜਪੀਐ ਹਰ ਨਾਮ, ਪੂਰਨ ਹੋਵੈ ਮਨ ਕੇ ਕਾਮ ਰਹਾਉ। ਸਦਾ ਹੀ ਫਿਰ ਸਾਰਾ ਦਿਨ ਜਪੋ ਪ੍ਰਭੂ ਦੇ ਨਾਮ ਨੂੰ। ਸਵੇਰੇ ਵੀ ਜਪਿਆ ਤੇ ਸਾਰਾ ਦਿਨ ਚੇਤੇ ਰੱਖੋ, ਮਨ ਦੀਆਂ ਸਾਰੀਆਂ ਕਾਮਨਾਵਾਂ ਪੂਰਨ ਭਾਵ ਪੂਰਨ ਮਨ ਦੇ ਅੰਦਰ ਮਾੜੇ ਫੁਰਨੇ ਹੀ ਨਹੀਂ ਉੱਠਣਗੇ। ਇੱਕੋ ਇੱਕ ਫੁਰਨਾ ਉੱਠੇਗਾ, ਮੇਰਾ ਦੀਨ ਤੇ ਦੁਨੀ ਰੱਬ ਦੇ ਲੇਖੇ ਲੱਗ ਜਾਏ ਰਹਾਓ। ਪ੍ਰਭ ਅਬਨਾਸੀ ਰੈਣ ਦਿਨ ਗਾਓ, ਜੀਵਤ ਮਰਤ ਨਿਹਚਲ ਪਾਵਹਿ ਥਾਉ। ਪ੍ਰਭ ਅਬਨਾਸ਼ੀ ਨੂੰ ਦਿਨ ਰਾਤ ਗਾਇਆ ਕਰ ਮੇਰੀ ਜਿੰਦੇ, ਜੀਵਤ ਮਰਤ ਨਿਹਚਲ ਪਾਵੈ ਥਾਉ। ਜਿਉਂਦਿਆਂ ਜੀ ਵੀ ਮਨ ਟਿਕਿਆ ਰਹੇਗਾ, ਮੌਤ ਵੇਲੇ ਵੀ ਮਨ ਟਿਕ ਜਾਏਗਾ, ਮੌਤ ਦਾ ਭਾਉ ਨਹੀਂ ਰਹੇਗਾ ਤੇ ਮੌਤ ਤੋਂ ਬਾਅਦ ਵੀ ਤੇਰਾ ਸਵਰੇਗਾ ਜੀ। ਸੋ ਸਾਹ ਸੇਵ ਜਿਤ ਤੋਟ ਨ ਆਵੈ, ਖਾਤ ਖਰਚਤ ਸੁਖ ਆਨੰਦ ਬਿਹਾਵੈ। ਉਸ ਵੱਡੇ ਸ਼ਾਹ ਦੀ ਸੇਵਾ ਕਰ, ਐਵੇਂ ਦੁਨੀਆ ਦੇ ਬੰਦਿਆਂ ਨੂੰ ਸ਼ਾਹ ਨਾ ਸਮਝੀ ਬੈਠੀ। ਦੁਨੀਆ ਦੇ ਸਾਰੇ ਝੂਠੇ ਸ਼ਾਹ ਨੇ, ਇੱਕੋ ਸ਼ਾਹ ਵਾਹਿਗੁਰੂ ਸੱਚਾ। ਉਸ ਸ਼ਾਹ ਦੀ ਸੇਵਾ ਕਰ, ਉਹਦਾ ਸਿਮਰਨ ਕਰ, ਉਹਦੀ ਸਿਫਤ ਕਰ, ਜਿਹਦੀ ਸਿਫਤ ਕੀਤਿਆਂ ਤੇਰੇ ਜੀਵਨ 'ਚ ਕਦੀ ਤੋਟਾ ਨਹੀਂ ਆਏਗਾ। ਜਿਤ ਤੋਟ ਨਾ ਆਵੈ, ਖਾਤ ਖਰਚਤ ਸੁਖ ਆਨੰਦ ਵਿਹਾਵੈ। ਖਾਂਦਿਆਂ ਪੀਂਦਿਆਂ ਖਰਚਦਿਆਂ ਤੂੰ ਆਪਣਾ ਜੀਵਨ ਆਨੰਦ ਵਿੱਚ ਬਤੀਤ ਕਰੇਂਗਾ ਜੀ। ਜਗ ਜੀਵਨ ਪੁਰਖ ਸਾਧ ਸੰਗ ਪਾਇਆ, ਗੁਰ ਪ੍ਰਸਾਦ ਨਾਨਕ ਨਾਮ ਧਿਆਇਆ। ਜਗਤ ਜੀਵਨ ਦੇਣ ਵਾਲਾ ਵਾਹਿਗੁਰੂ ਹੈ। ਜਗ ਜੀਵਨ ਪੁਰਖ ਸਾਧ ਸੰਗ ਪਾਇਆ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਸੰਗਤ ਦੀ ਮਹਿਮਾ ਬੜੀ ਵੱਡੀ ਹੈ ਕਿ ਜਿਸ ਸੰਗਤ ਵਿੱਚ ਬੈਠਿਆਂ ਸਾਰੇ ਪਾਪ ਦੂਰ ਹੋ ਜਾਂਦੇ। ਤੇ ਸੰਗਤ ਦੀ ਮਹਿਮਾ ਨੂੰ ਕਿਹਾ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਉਹ ਪ੍ਰਭੂ ਦੀ ਕਲਾ ਸੰਗਤ ਵਿੱਚ ਵਰਤਦੀ ਹੈ। ਸੰਗਤ ਵਿੱਚ ਆਉਣਾ ਸਿੱਖੀਏ। ਥੀਓ ਪਵਾਈ ਦੱਬ, ਜੇ ਸਾਈਂ ਲੋੜੈ ਸਭ, ਇੱਕ ਦਿਜੈ ਬਿਹਾ ਲਤਾੜੀਐ, ਤਾਂ ਸਾਈਂ ਦਾ ਦਰ ਵਾੜੀਏ। ਕੰਡੀਲੀ ਘਾਹ ਉਹ ਪਰਾਲੀ ਬਣ ਕੇ ਦੇ ਵਾਲਿਆਂ ਦੇ ਵਿੱਚ ਧਰਮ ਸਥਾਨਾਂ 'ਚ ਨਹੀਂ ਵਿਛਦੀ। ਕੰਡੀਲੀ ਘਾਹ ਜਿਸ ਦਿਨ ਆਪਣੀ ਆਕੜ ਨੂੰ ਤੋੜ ਦਿੰਦੀ ਹੈ, ਫਿਰ ਉਹੀ ਪਰਾਲੀ ਧਰਮ ਸਥਾਨਾਂ 'ਚ ਵਿਛ ਜਾਂਦੀ ਹੈ ਜਿੱਥੇ ਲੋਕੀ ਬੈਠਦੇ ਨੇ। ਫਿਰ ਉਸੇ ਪਰਾਲੀ ਦੀ ਧੂੜ ਲੋਕੀ ਆਪਣੇ ਮਸਤਕ 'ਤੇ ਲਾਉਂਦੇ ਨੇ। ਇੱਕ ਕੰਡੀਲੀ ਘਾਹ, ਜਿਸ ਘਾਹ ਦੇ ਰਸਤੇ 'ਤੇ ਕੋਈ ਪਸ਼ੂ ਵੀ ਨਹੀਂ ਪੈਂਦਾ ਕਿ ਇਹ ਕੰਡੀਲੀ ਹੈ, ਚੀਰ ਕੇ ਰੱਖ ਦੇਗੀ ਚਮੜੀ ਨੂੰ, ਪਰ ਜੇ ਉਹਨੇ ਆਕੜ ਭੰਨ ਲਈ ਤੇ ਉਹਦੀ ਧੂੜ ਵੀ ਲੋਕੀ ਮਸਤਕ 'ਤੇ ਲਾਉਣਗੇ। ਆਹ ਹੈ ਦੁਨੀਆ ਦੇ ਵਿੱਚ ਅਸੀਂ ਜਿੰਨੇ ਮਰਜ਼ੀ ਆਕੜੀਏ ਫਿਰੀਏ, ਸਾਡਾ ਜੀਵਨ ਕੰਡੀਲੀ ਘਾਹ ਦੀ ਤਰ੍ਹਾਂ ਹੈ। ਪਰ ਜੇ ਆਪਣੀ ਆਕੜ ਭੰਨ ਕੇ ਗੁਰੂ ਦੀ ਸੰਗਤ ਵਿੱਚ ਆ ਜਾਈਏ ਨਾ, ਫਿਰ ਇੱਥੇ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਇਹ ਸੰਗਤ ਵਿੱਚ ਬਰਕਤ ਹੈ ਕਿ ਸਾਡੇ ਅੰਦਰ ਦੇ ਅਹੰਗ ਨੂੰ ਖਤਮ ਕਰਦੀ ਹੈ ਸੰਗਤ ਵਿੱਚ ਬੈਠਣਾ। ਇਹ ਸਾਨੂੰ ਸੋਝੀ ਦਿੰਦੀ ਹੈ, ਹਿੱਕ ਦੂ ਇੱਕ ਚੜ੍ਹੰਦੀਆਂ, ਕੌਣ ਜਾਣੈ ਮੇਰਾ
ਨਾਉ ਜੀਓ। ਇੱਥੇ ਪਤਾ ਲੱਗਦਾ ਕਰਮਹੀਣ ਧਨ ਕਰਹਿ ਬੇਨੰਤੀ, ਕਦ ਨਾਨਕ ਆਵੈ ਵਾਰੀ, ਸਭ ਸੁਹਾਗਣ ਮਾਣੈ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਜਗਜੀਵਨ ਪੁਰਖ ਸਾਧ ਸੰਗ ਪਾਇਆ, ਗੁਰ ਪ੍ਰਸਾਦ ਨਾਨਕ ਨਾਮ ਧਿਆਇਆ। ਗੁਰੂ ਦੀ ਕਿਰਪਾ, ਗੁਰੂਆਂ ਦੀ ਕਿਰਪਾ ਰਾਹੀਂ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਰਾਹੀਂ ਨਾਨਕ ਨਾਮ ਧਿਆਇਆ, ਨਾਮ ਨੂੰ ਧਿਆ ਸਕੀਏ। ਇੱਥੇ ਸਮੇਂ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਆਪ ਸੰਗਤ ਜੀ ਬਖਸ਼ ਦੇਣਾ ਜੀ। ਗੁਰੂ ਬਖਸ਼ਣ ਯੋਗ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਸਾਰੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆ ਵਧਾਈਆਂ, ਰਾਗ ਰਤਨ ਪਰਵਾਰ